ਅਸੀਂ ਪਹਿਲਾਂ ਹੀ ਕਹਿ ਚੁੱਕੇ ਸੀ ਕਿ ਉਹ ਘੁੰਮ ਘੁਮਾ ਕੇ ਫਿਰ ਉੱਥੇ ਹੀ ਗੱਲ ਆ ਜਾਣੀ ਆ ਤੇ ਉਹ ਦੁਬਾਰਾ ਘੁੰਮ ਘੁਮਾ ਕੇ ਉੱਥੇ ਹੀ ਆ ਗਈ ਆ। ਅਸੀਂ ਕਿਹਾ ਵੀ ਸਾਰਾ ਪੈਸਾ ਗਵਰਨਮੈਂਟ ਲਾ ਦੂਗੀ, ਜੇ ਕੋਈ ਪੈਸਾ ਚਾਹੀਦਾ ਵੀ ਉੱਥੇ ਚੱਕ ਕੇ ਪੀਟੀਸੀ ਨੂੰ ਦੇ ਦਿੰਦੇ ਨੇ। ਇਹ ਕੌਣ ਨੇ ਵੀ ਗੁਰਬਾਣੀ ਦੇ ਇੰਟੈਲੈਕਚੁਅਲ ਪ੍ਰਾਪਰਟੀ ਰਾਈਟ ਦੇਣ ਵਾਲੇ? ਧੁਰਕੀ ਬਾਣੀ ਨੂੰ ਬੌਧਿਕ ਪ੍ਰਾਪਰਟੀ ਕਹਿਣਾ ਗੁਰਬਾਣੀ ਦੀ ਬਹੁਤ ਵੱਡੀ ਤੌਹੀਨ ਹੈ। ਉਹ ਧੁਰਕੀ ਬਾਣੀ ਹੈ, ਕੋਈ ਪੀਟੀਸੀ ਦੀ ਸਕ੍ਰਿਪਟ ਨਹੀਂ ਹੈ ਜਿਹਨੂੰ ਇਹ ਬੌਧਿਕ ਪ੍ਰਾਪਰਟੀ ਕਹਿ ਰਹੇ ਹੈ। ਇਸ ਲਈ ਕਿਸੇ ਇੱਕ ਚੈਨਲ ਨੂੰ ਗੁਰਬਾਣੀ ਦਾ ਇਸ ਤਰ੍ਹਾਂ ਹੱਕ ਬਿਲਕੁਲ ਵੀ ਜਾਇਜ਼ ਨਹੀਂ ਹੈ। ਮੈਂ ਇਹ ਸਾਂਝੀ ਕਰਦਾ, ਸੌਦਾ ਸਾਧ ਕਿੱਡੀ ਵੱਡੀ ਹਸਤੀ ਹੈ, ਪਰ ਉਹ ਆਪਣਾ ਰੋਜ਼ਾਨਾ ਦਾ ਅਖਬਾਰ ਕੱਢ ਰਿਹਾ ਹੈ। ਐਜੀਪੀਸੀ ਅਜੇ ਤੱਕ ਨਾ ਕੋਈ ਅਖਬਾਰ ਨਾ ਕੋਈ ਚੈਨਲ, ਕਿਉਂਕਿ ਇਹਨਾਂ ਨੂੰ ਬਾਦਲ ਪਰਿਵਾਰ ਤੋਂ ਬਿਨਾਂ ਦਿਖਦੇ ਹੀ ਕੁਝ ਨਹੀਂ। ਮੈਂ ਤੁਹਾਡੇ ਚੈਨਲ ਦਾ ਜ਼ਿਕਰ ਕਰਨਾ ਚਾਹੁੰਦਾ ਸਪੋਕਸਮੈਨ ਦਾ। ਸਪੋਕਸਮੈਨ ਦੇ ਨਾਲ ਬਹੁਤ ਸਾਰੇ ਮਤਭੇਦ ਹੋ ਸਕਦੇ ਨੇ ਲੋਕਾਂ ਦੇ, ਪਰ ਜਦੋਂ ਵੀ ਕਿਤੇ ਪੰਥ ਨੂੰ ਦੌੜ ਪਈ ਹੈ, ਭਾਵੇਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਜਿਹੜੀ ਫਾਂਸੀ ਹੈ ਉਹ ਉਮਰ ਕੈਦ 'ਚ ਤਬਦੀਲ ਕਰਨੀ ਹੋਵੇ, ਉਸ ਲਹਿਰ ਨੂੰ ਤੁਸੀਂ ਪੜ੍ਹ ਕੇ ਵੇਖ ਲਓ। ਭਾਈ ਰਾਜੋਆਣੇ ਦੀ ਫਾਂਸੀ ਨੂੰ ਰੱਦ ਕਰਾਉਣ ਦੀ ਗੱਲ ਹੋਵੇ, ਜਾਂ ਬੇਅਦਬੀ ਦਾ ਮਸਲਾ ਹੋਵੇ, ਬੰਦੀ ਸਿੰਘਾਂ ਦਾ ਮਸਲਾ ਹੋਵੇ, ਉਹ ਸਪੋਕਸਮੈਨ ਨੇ ਬੜੇ ਸੁਚੱਜੇ ਢੰਗ ਨਾਲ ਉਠਾਇਆ। ਜਦੋਂ YouTube ਚੈਨਲ ਦੀ ਗੱਲ ਆਈ, ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ YouTube ਚੈਨਲ ਵੀ ਇਹਨਾਂ ਨੇ ਨੰਨੀ ਛਾਂ ਨੂੰ ਹੀ ਦੇ ਦਿੱਤਾ। ਇਹਨਾਂ ਦੇ ਭਾਗਾਂ 'ਚ ਹੀ ਨਹੀਂ ਹੈ ਕਿ ਗੁਰਬਾਣੀ ਨੂੰ ਇਹ ਫ੍ਰੀ ਫॉर ਆਲ ਕਰ ਸਕਣ। ਉਹਦੇ ਲਈ ਭਾਗ ਚਾਹੀਦੇ ਆ। ਭਾਗ ਜਿਹੜੇ ਆ ਉਹ ਬੜੇ ਮਾੜੇ ਆ। ਐਸੇ ਜਿਨ੍ਹਾਂ ਦੇ ਉੱਪਰ ਇਲਜ਼ਾਮ ਹੋਣ ਉਹਨਾਂ ਨੂੰ ਪੂਰਾ ਦਰਬਾਰ ਸਾਹਿਬ ਕੰਪਲੈਕਸ ਉਹਨਾਂ ਦੇ ਹਵਾਲੇ ਕੀਤਾ। ਉਹਨਾਂ ਦੇ ਕੈਮਰੇਮੈਨ ਵਿੱਚ ਦੰਦ ਨਾਂਦੇ ਫਿਰਦੇ ਆ। ਜੇ ਤੁਸੀਂ ਜਾਂ ਮੈਂ ਜਾ ਕੇ ਇੱਕ ਆਪਣੇ ਮੋਬਾਈਲ ਨਾਲ ਵੀ ਆਪਾਂ ਫੋਟੋ ਖਿੱਚੀਏ ਤਾਂ ਇਹਨਾਂ ਦਾ ਬਰਛੇ ਵਾਲਾ ਜਿਹੜਾ ਹੈਗਾ ਉਹ ਬਰਛਾ ਲੈ ਕੇ ਭੱਜਦਾ ਕਿ ਫੋਟੋ ਨਹੀਂ ਖਿੱਚਣੀ। ਹਰੇਕ ਕਨੈਕਸ਼ਨ ਜਿਹੜਾ ਓਵਰਸੀਜ਼ ਕਨੈਕਸ਼ਨ ਹੈ ਉਹਦੇ ਵਿੱਚ $54 ਦੀ ਫੀਸ ਹੈ। ਉਸ ਤੋਂ ਇਲਾਵਾ ਜਦੋਂ TRP PTC ਦੀ ਘਟ ਜਾਏਗੀ ਤਾਂ ਲੋਕੀ ਹੁਣ ਲਾਉਂਦੇ ਤਾਂ PTC ਨੂੰ ਗੁਰਬਾਣੀ ਲਈ ਹੈ, ਲੇਕਿਨ ਉਹਦੇ ਵਿੱਚ ਨਿਊਜ਼ ਵੀ ਚੱਲਦੀ ਹੈ ਥੋੜੀ ਦੇਰ ਬਾਅਦ ਲੋਕੀ ਫਿਰ ਉਹ ਪਬਲਿਕਲੀ ਹੁੱਕ ਹੋ ਜਾਂਦੇ ਆ ਉਸ ਚੈਨਲ ਦੇ ਨਾਲ। ਵੀ ਜਦੋਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਕੋਈ ਫਰਮਾਨ ਜਾਰੀ ਕਰਨ, ਕੋਈ ਆਦੇਸ਼ ਜਾਰੀ ਕਰਨ ਸੰਸਥਾ ਨੂੰ ਕਿ ਤੁਸੀਂ ਇਹ ਕੰਮ ਕਰ ਲਓ ਤੇ ਸਾਲ ਪੈਣ ਤੇ ਵੀ ਉਹ ਕੰਮ ਨਾ ਹੋਵੇ, ਜੇ ਜਥੇਦਾਰ ਸਾਹਿਬ ਨੂੰ ਕੁਰਸੀ ਤੋਂ ਲਾਂਭੇ ਕਰ ਦਿੱਤਾ ਜਾਵੇ। ਪਰ ਹੁਣ ਵੀ ਐਕਸਪੋਜ਼ ਹੋ ਰਹੇ ਆ। ਉਹ ਮੁੜ ਘਿੜ ਕੇ ਇੱਕ ਚੈਨਲ ਦੀ, ਇੱਕ ਪਰਿਵਾਰ ਦੀ ਇਜਾਰੇਦਾਰੀ ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਤੇ ਰੱਖਣਾ ਚਾਹੁੰਦੇ ਆ, ਜਦ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਮਹੂਰੀ ਢੰਗ ਨਾਲ ਚੁਣੀ ਹੋਈ ਆ। ਉਹ ਆਪਣੇ ਤੌਰ ਤੇ ਕੰਮ ਹੀ ਨਹੀਂ ਕਰਨ ਦਿੰਦੇ। ਜੇਬ ਚੋਂ ਪ੍ਰਧਾਨ ਨਿਕਲਦਾ ਰਿਹਾ ਹੈ। ਤੂੰ ਕਿਸੇ ਪਾਰਟੀ ਦਾ ਪ੍ਰਧਾਨ ਇਹ ਕਹਿ ਦੇਵੇ ਕਿ ਬਾਹਰ ਜਥੇਦਾਰ ਆਇਆ, ਜਥੇਦਾਰ ਨੂੰ ਬਿਠਾਓ, ਉਹ ਕਹਿੰਦਾ ਕਿ ਨਹੀਂ ਜਥੇਦਾਰ ਸਾਹਿਬ ਆਏ ਆ ਅਕਾਲ ਤਖਤ ਸਾਹਿਬ ਤੋਂ, ਉਹਨਾਂ ਨੇ ਮਿਲਣਾ ਹੈ, ਜਾਂ ਕਿ ਦੂਸਰੇ ਕਿਸੇ ਤਖਤ ਤੋਂ ਆਏ ਮਿਲਣਾ, ਉਹ ਕਹਿੰਦੇ ਕੋਈ ਨਹੀਂ ਹੈ ਤਾਂ ਸਾਡਾ ਨੌਕਰੀ ਆ, ਬੈਠਾ ਰਹਿਣ ਤੋਂ। ਬਾਦਲਾਂ ਦੀ ਬਹੁਤ ਵੱਡੀ ਨਲਾਇਕੀ ਹੈ। ਮੈਂ ਕਹਿੰਦਾ ਉਹਨਾਂ ਨੇ ਏਡਾ ਪੰਥ ਦਾ ਘਾਣ ਕੀਤਾ। ਮੈਨੂੰ ਦੱਸੋ ਕਿ ਬਾਦਲ ਦਲ ਤੇ ਕਾਂਗਰਸ 'ਚ ਕੀ ਫਰਕ ਹੈ? ਇਹ ਤਾਂ ਉਸ ਤੋਂ ਵੀ ਵੱਡਾ ਨੁਕਸਾਨ ਇਹਨਾਂ ਨੇ ਕਰਤਾ। ਇਹਨਾਂ ਨੂੰ ਤਾਂ SGPC ਦੀ ਚੋਣ ਦਾ ਵੀ ਹੱਕ ਨਾ ਹੋਵੇ। ਮੈਂ ਤਾਂ ਇਹ ਚਾਹਾਂਗਾ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਦੀ ਸਪੋਕਸਮੈਨ ਡਿਬੇਟ 'ਚ ਨਵਜੋਤ ਸਿੰਘ ਢਾਲੀਵਾਲ ਵੱਲੋਂ ਸਵਾਗਤ ਹੈ। ਅੱਜ ਗੱਲ ਕਰਾਂਗੇ ਪ੍ਰਸਾਰਣ ਤੇ ਕਿਉਂ ਮੁੜ-ਮੁੜ ਸਿਆਸਤ ਹੋ ਰਹੀ ਹੈ, ਪਾਬੰਦੀ ਕਿਉਂ ਹੋ ਰਹੀ ਹੈ, ਸਿਰਫ ਕਿਸੇ ਇੱਕ ਵਿਸ਼ੇਸ਼ ਨੂੰ ਅਧਿਕਾਰ ਕਿਉਂ ਦਿੱਤੇ ਜਾ ਰਹੇ ਹੈ, ਮੁੜ-ਮੁੜ ਤੋਂ ਗੱਲ ਉੱਥੇ ਆ ਕੇ ਕਿਉਂ ਖੜੀ ਹੋ ਰਹੀ ਹੈ। ਔਰ ਜਦੋਂ ਤੋਂ ਇਹ ਗੱਲ ਤੁਰੀ ਸੀ ਕਿ ਗੁਰਬਾਣੀ ਪ੍ਰਸਾਰਣ ਦੇ ਅਧਿਕਾਰ ਸਰਬ ਸਾਂਝੇ ਕਿਉਂ ਨਹੀਂ ਕੀਤੇ ਜਾਂਦੇ, ਉਹਨਾਂ ਸ਼ਰਤਾਂ ਨਾਲ ਜਿਹੜੀਆਂ ਸ਼ਰਤਾਂ ਮਰਿਆਦਾ ਨੂੰ ਬਰਕਰਾਰ ਰੱਖਦੀਆਂ ਨੇ, ਮਰਿਆਦਾ ਦੇ ਅਨੁਸਾਰ ਜਿਹੜਾ ਵੀ ਕੋਈ ਲੈਣਾ ਚਾਹੁੰਦਾ ਤੇ ਉਸ ਨੂੰ ਇਹ ਸੇਵਾ ਕਿਉਂ ਨਹੀਂ ਦਿੱਤੀ ਜਾਂਦੀ, ਇਹ ਸੇਵਾ ਦੇ ਉੱਤੇ ਸਿਆਸਤ ਕਿਉਂ ਮੁੜ-ਮੁੜ ਭਾਰੂ ਹੋ ਰਹੀ ਹੈ। ਜਦੋਂ ਇਹ ਗੱਲ ਤੁਰੀ ਸੀ ਕਿ 24 ਜੁਲਾਈ ਨੂੰ PTC ਦਾ ਕੰਟਰੈਕਟ ਖਤਮ ਹੋਣ ਜਾ ਰਿਹਾ ਹੈ, ਤਾਂ ਉਸ ਤੋਂ ਬਾਅਦ ਆਸ ਬੱਝੀ ਸੀ ਕਿ ਹੁਣ ਇਹ ਜਿਹੜਾ ਫ੍ਰੀ ਟੂ 에ਅਰ ਵਾਲਾ ਕਨਸੈਪਟ ਹੈ, ਇਹ ਸਾਰੇ ਚੈਨਲ ਨੂੰ ਸ਼ਰਤ ਨਾਲ ਅਧਿਕਾਰ ਹੋਣਗੇ। ਪਰ SGPC ਨੇ ਆਪਣਾ YouTube ਚੈਨਲ ਚਲਾਇਆ, ਵੈਬ ਚੈਨਲ ਚਲਾਇਆ, ਔਰ ਉਸ ਤੋਂ ਬਾਅਦ ਸੈਟੇਲਾਈਟ ਦੇ ਜਿਹੜੇ ਅਧਿਕਾਰ ਹੈ ਉਹਦੀ ਮਿਹਨਤ ਕੀਤੀ ਗਈ ਇੱਕ ਨਿੱਜੀ ਚੈਨਲ ਨੂੰ ਕਿ ਤੁਸੀਂ ਹੀ ਇਸ ਨੂੰ ਜਿਹੜਾ ਹੈ ਉਹ ਜਾਰੀ ਰੱਖੋ। ਇਹ ਗੱਲ ਗੁਰਚਰਨ ਗਰੇਵਾਲ ਹੋਰਾਂ ਦੇ ਵੱਲੋਂ ਮੀਡੀਆ ਦੇ ਵਿੱਚ ਆ ਕੇ ਖੁਦ ਦੱਸੀ ਵੀ ਗਈ, ਤੇ ਉਸ ਤੋਂ ਬਾਅਦ ਫਿਰ ਉਹਦੇ तमाम रद्दे अमल ਜਿਹੜੇ ਆਏ ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ। ਜਿਵੇਂ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਹੋਰੀ ਕਹਿ ਰਹੇ ਹੈ ਕਿ ਇਸ ਦਾ ਪਹਿਲਾਂ ਹੀ ਕਿਹਾ ਸੀਗਾ ਕਿ ਗੱਲ ਮੁੜ ਕੇ ਉੱਥੇ ਹੀ ਆ ਜਾਣੀ ਹੈ।
ਅਸੀਂ ਪਹਿਲਾਂ ਹੀ ਕਹਿ ਚੁੱਕੇ ਸੀ ਕਿ ਉਹ ਘੁੰਮ ਘੁਮਾ ਕੇ ਫਿਰ ਉੱਥੇ ਹੀ ਗੱਲ ਆ ਜਾਣੀ ਆ ਤੇ ਉਹ ਦੁਬਾਰਾ ਘੁੰਮ ਘੁਮਾ ਕੇ ਉੱਥੇ ਹੀ ਆ ਗਈ ਆ। ਹੁਣ ਉਹ ਕਹਿੰਦੇ 3 ਮਹੀਨਿਆਂ ਨੂੰ ਅਸੀਂ ਜਿਹੜਾ ਹੈ ਉਹ ਆਪਣਾ ਸੈਟੇਲਾਈਟ ਚੈਨਲ ਕਰਾਂਗੇ। ਅਸੀਂ ਉਹਨਾਂ ਨੂੰ ਅੱਜ ਹੀ ਕਿਹਾ ਕਿ ਅੱਜ ਹੀ ਦੱਸ ਦਿਓ, ਜੇ ਦੱਸ ਸਕਦੇ ਹੋ ਕਿ 3 ਮਹੀਨਿਆਂ ਬਾਅਦ ਵੀ ਮੁੜ ਕੇ ਘੁੰਮ ਘੁਮਾ ਕੇ ਉੱਥੇ ਜਾਣਾ, ਉਹ SGPC ਦਾ ਆਪਣਾ ਹੋਊਗਾ ਕਿ ਮੁੜ ਉਹਨਾਂ ਦਾ ਹੀ ਹੋਊਗਾ ਜਿਨ੍ਹਾਂ ਦਾ ਪਹਿਲਾਂ ਹੋਣਾ। ਸੇਵਾ ਦੇ ਨਾਂ ਤੇ ਕਿਸ ਤਰੀਕੇ ਦੀ ਮੋਨੋਪੋਲੀ ਘੜੀ ਗਈ, ਇੱਕ ਪੁਰਾਣੀ ਇੰਟਰਵਿਊ ਦੇ ਵਿੱਚ ਬੀਬੀ ਜਗੀਰ ਕੌਰ ਹੋਰਾਂ ਦੇ ਬਿਆਨ ਨੂੰ ਸੁਣਾਉਂਦੇ ਆ। ਕਦੇ ਗੁਰਬਾਣੀ ਦੇ ਵੀ ਐਕਸਕਲੂਸਿਵ ਰਾਈਟਸ ਹੁੰਦੇ ਆ। ਬਿਲਕੁਲ ਗਲਤ ਹੈ। ਮੈਂ ਤੁਹਾਨੂੰ ਕਹਿ ਰਹੀ ਹਾਂ ਨਾ ਕਿ ਜਦੋਂ ਅਸੀਂ ਚੀਜ਼ਾਂ ਦੇ ਉੱਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਫਿਰ ਉੱਥੋਂ ਇਹ ਜਿਹੀਆਂ ਚੀਜ਼ਾਂ ਉਪਜਦੀਆਂ। ਅੰਦਰ ਨਾ ਇੱਥੋਂ ਆ ਗਿਆ ਜਦੋਂ ਅਸੀਂ ਚੈਨਲ ਆਪਣਾ ਬਣਾਇਆ ਤੇ ਮੈਂ ਉਹਨੂੰ ਕਿਹਾ ਕਿ ਤੁਸੀਂ ਉੱਥੋਂ ਚਲਾਇਆ ਕਰੋ ਨਾਲ। ਸਾਡੇ ਬੰਦਿਆਂ ਨੇ ਜਿੱਦਣ ਕਿਹੜੀ ਹੁੰਦੀ ਹੈ ਬਸੰਤ ਪੰਚਮੀ ਆਂਦੀ, ਬਸੰਤ ਪੰਚਮੀ, ਉਸ ਦਿਨ ਲਾਈਵ ਚਲਾਤਾ। ਸਾਨੂੰ ਨੋਟਿਸ ਦੇ ਦਿੱਤਾ ਨੇ, ਸਾਨੂੰ ਸ਼੍ਰੋਮਣੀ ਕਮੇਟੀ ਨੂੰ। ਜਦੋਂ ਨੋਟਿਸ ਆਇਆ ਮੈਂ ਗੱਲ ਸੁਣਨਾ, ਮੈਂ ਤੇਰੇ ਧੂਤੇ ਧਾਤੇ ਚੱਕ ਕੇ ਬਾਹਰ ਮਾਰਨੇ, ਤੈਨੂੰ ਭੁਲੇਖਾ ਨਾ ਹੋਵੇ। ਰਾਤੋਂ ਰਾਤ ਚੈਨਲ ਚੱਲੂਗਾ, ਰਾਤੋਂ ਰਾਤ। ਤੇਰੇ ਮਨ ਚ ਕੀ ਭੁਲੇਖਾ ਪਿਆ? ਤੂੰ ਸਾਡੇ ਘਰ ਆ ਕੇ ਤੇ ਸਾਡੇ ਤੇ ਕਬਜ਼ਾ ਕਰਕੇ ਤੇ ਸਾਨੂੰ ਨੋਟਿਸ ਦਿੰਦਾ। ਇਹ ਬਿਆਨ ਕਿਉਂ ਦਿਖਾਣੇ ਪੈ ਰਹੇ ਆ, ਕਿਉਂ ਸੁਣਾਉਣੇ ਪੈ ਰਹੇ ਆ? ਗੁਰਚਰਨ ਗਰੇਵਾਲ ਹੋਰਾਂ ਦਾ ਦਿੱਤਾ ਹੋਇਆ ਬਿਆਨ ਸੁਣਨਾ ਜ਼ਰੂਰੀ ਹੈ। ਉਸ ਤੋਂ ਬਾਅਦ ਸੁਣਾਂਗੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੀ ਕਿਹਾ ਇਸ ਨੂੰ ਲੈ ਕੇ। ਜੇ ਬਾਦਲਾਂ ਦੇ ਚੈਨਲਾਂ ਤੋਂ ਪਵਿੱਤਰ ਗੁਰਬਾਣੀ ਦਾ ਕਬਜ਼ਾ ਛਡਾਉਣ ਵਾਸਤੇ ਕੋਈ ਗੱਲ ਕਰੇ ਤਾਂ ਧਾਰਮਿਕ ਮਾਮਲਿਆਂ 'ਚ ਦਖਲ, ਤੇ ਜੇ SGPC ਦਾ ਪ੍ਰਧਾਨ ਧਾਮੀ ਜਲੰਧਰ ਜਾ ਕੇ ਤੱਕੜੀ ਵਾਸਤੇ ਵੋਟ ਮੰਗੇ, ਉਹ ਨਿੱਜੀ ਫੈਸਲਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਹੈ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ। ਉਹ ਵਿੱਚ ਕਿਉਂ ਵੜਦੇ ਆ ਰਾਜਨੀਤੀ 'ਚ? ਤੇ ਸਾਨੂੰ ਕਹਿੰਦੇ, ਅਸੀਂ ਕਿਹਾ ਵੀ ਸਾਰਾ ਪੈਸਾ ਗਵਰਨਮੈਂਟ ਲਾ ਦੂਗੀ, ਜੇ ਕੋਈ ਪੈਸਾ ਚਾਹੀਦਾ ਵੀ ਉੱਥੇ ਚੱਕ ਕੇ PTC ਨੂੰ ਦੇ ਦਿੰਦੇ ਨੇ। ਇਹ ਕੌਣ ਨੇ ਵੀ ਗੁਰਬਾਣੀ ਦੇ ਇੰਟੈਲੈਕਚੁਅਲ ਪ੍ਰੋਪਰਟੀ ਰਾਈਟ ਦੇਣ ਵਾਲੇ? ਕਿਹਨੇ ਲਿਖੀ ਸੀ ਗੁਰਬਾਣੀ? ਬਾਬਾ ਨਾਨਕ ਦੀ ਹੈ। ਗੁਰਬਾਣੀ ਤਾਂ ਭਗਤਾਂ ਦੀ ਹੈ। ਪੁਰਾਣੇ ਜਥੇਦਾਰ ਸਾਹਿਬ ਨੇ 1 ਸਾਲ ਪਹਿਲਾਂ ਕਹੀ ਸੀ ਕਿ ਚੈਨਲ ਬਣਾ ਲਓ, ਉਦੋਂ ਕਿਉਂ ਨਹੀਂ ਉਹਨਾਂ ਦੀ ਗੱਲ ਮੰਨੀ ਗਈ? ਹੁਣ ਕੀ ਹੈ? ਇਹਨਾਂ ਨੂੰ ਪਤਾ ਸੀ, ਪਹਿਲਾਂ ਕਹਿੰਦੇ YouTube ਤੇ ਅਸੀਂ ਟੈਂਡਰ ਲਾਵਾਂਗੇ। ਇਹਨਾਂ ਨੇ ਸੋਚਿਆ ਹੋਇਆ ਸੀ ਕਿ ਨੇੜੇ ਜਾ ਕੇ ਫਿਰ ਆਪਾਂ ਇਦਾਂ ਕਹਾ ਲਾਂਗੇ ਤੇ ਕਹਾ ਕੇ ਉਹ ਤੋਂ ਬਾਅਦ ਫਿਰ ਕਹਿ ਦਾਂਗੇ ਵੀ ਜਿਹੜਾ ਪੁਰਾਣਾ ਸੈਟਅਪ ਚੱਲਦਾ ਹਜੇ ਉਹੀ ਚੱਲਣ ਦਿਓ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ, ਜਿਹੜਾ ਉਹਨਾਂ ਦਾ ਲੈਟਰ ਹੈ ਉਹਦੇ 'ਚ ਉਹਨਾਂ ਨੇ ਕਿਸੇ ਚੈਨਲ ਦਾ ਨਾਮ ਤਾਂ ਨਹੀਂ ਲਿਖਿਆ ਨਾ। ਉਹਨਾਂ ਨੇ ਕਿਹਾ ਕਿ ਸੈਟੇਲਾਈਟ ਚੈਨਲਾਂ ਤੇ ਵੀ ਪਵਿੱਤਰ ਗੁਰਬਾਣੀ ਦਾ ਪ੍ਰਸਾਰਣ ਹੋਣਾ ਚਾਹੀਦਾ। ਤਾਂ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਇੱਕੋ ਚੈਨਲ ਨੂੰ ਕਿਉਂ ਬੇਨਤੀ ਕਰ ਰਹੀ ਹੈ? ਇੱਕ ਨਿੱਜੀ ਚੈਨਲ ਹੈ, ਬਾਕੀਆਂ ਨੂੰ ਬੇਨਤੀ ਕਿਉਂ ਨਹੀਂ ਕਰ ਰਹੇ ਕਿ ਤੁਸੀਂ ਵੀ ਕਰ ਲਓ? ਸਿੰਘ ਸਾਹਿਬ ਵੱਲੋਂ ਆਏ ਆਦੇਸ਼ ਦੇ ਜਾਣਕਾਰੀ ਦੇਣੀ ਚਾਹੁੰਦੇ ਆ ਕਿ ਪ੍ਰਧਾਨ ਜੀ ਵੱਲੋਂ ਜਿਹੜਾ PTC ਅਦਾਰਾ ਉਸ ਨੂੰ ਇੱਕ ਬੇਨਤੀ ਪੱਤਰ ਅਸੀਂ ਦੇਣ ਜਾ ਰਹੇ ਹਾਂ ਕਿ ਜਿੰਨੀ ਦੇਰ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੈਟੇਲਾਈਟ ਚੈਨਲ ਨਹੀਂ ਸ਼ੁਰੂ ਹੁੰਦਾ ਉਨੀ ਦੇਰ ਤੱਕ ਸੰਗਤਾਂ ਦੀਆਂ ਭਾਵਨਾਵਾਂ ਅਤੇ ਸੰਗਤਾਂ ਦੀ ਮਨ ਦੀ ਮਨਸ਼ਾ ਜਿਹੜੀ ਆ ਦਰਬਾਰ ਸਾਹਿਬ ਦੇ ਕੀਰਤਨ ਨੂੰ ਪ੍ਰਸਾਰਣ ਨੂੰ ਸੈਟੇਲਾਈਟ ਰਾਹੀਂ ਜਿਹੜਾ ਉਹ ਕੁੱਲ ਦੁਨੀਆ ਵਿੱਚ ਦਰਸ਼ਨ ਕਰਦੇ ਆ, ਉਸ ਨੂੰ ਜਿਹੜਾ ਕਿ ਉਸੇ ਤਰ੍ਹਾਂ ਹੀ ਜਾਰੀ ਰੱਖਿਆ ਜਾਵੇ। ਔਰ ਬੜੀ ਇੰਪੋਰਟੈਂਟ ਗੱਲ ਹੈ, ਪੰਜਾਬ ਆਮ ਆਦਮੀ ਪਾਰਟੀ ਦੇ ਜਿਹੜੇ ਚੀਫ ਸਪੋਕਸਪਰਸਨ ਨੇ ਮਾਲਵਿੰਦਰ ਕੰਗ ਹੋਰਾਂ ਨੇ ਅੱਜ ਇੱਕ ਟਵੀਟ ਕੀਤਾ ਹੈ। ਉਹ ਟਵੀਟ ਵੀ ਇੱਕ ਵਾਰੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ, ਜਿਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਚਲੋ ਚੰਗੀ ਗੱਲ ਹੈ ਕਿ ਸ਼ੁਰੂਆਤ ਕੀਤੀ ਗਈ ਹੈ, ਆਪਣਾ SGPC ਨੇ ਚੈਨਲ ਸ਼ੁਰੂ ਕੀਤਾ ਹੈ, ਪਰ ਸਵਾਲ ਇਹ ਹੈ ਕਿ ਜੇ PTC ਪੰਜਾਬੀ YouTube ਤੇ ਲਾਈਵ ਟੈਲੀਕਾਸਟ ਕਰਦਾ ਹੈ ਤਾਂ ਬਾਕੀ ਕਿਉਂ ਨਹੀਂ ਕਰ ਸਕਦੇ? ਇਹ ਅਧਿਕਾਰ ਬਾਕੀਆਂ ਨੂੰ ਕਿਉਂ ਨਹੀਂ? ਇਹ ਮੋਨੋਪੋਲੀ ਦੇ ਉੱਤੇ ਜਿਹੜੇ ਬਾਰ-ਬਾਰ ਸਵਾਲ ਹੋ ਰਹੇ ਆ। ਹਾਲਾਂਕਿ ਸੁਣਨ ਵਾਲਿਆਂ ਨੂੰ ਜਾਂ ਕਿਸੇ ਨੂੰ ਇਸ ਗੱਲ ਦੀ ਆਪੱਤੀ ਹੋਵੇਗੀ, ਕੋਈ ਕਮੈਂਟ ਕਰਨ ਵਾਲਿਆਂ ਨੂੰ, ਕਿ ਇਸ ਉੱਤੇ ਰਾਜਨੀਤੀ ਕੀਤੀ ਜਾ ਰਹੀ ਹੈ, ਜਾਣਬੁੱਝ ਕੇ ਕੀਤਾ ਜਾ ਰਿਹਾ, ਕੋਈ ਏਜੰਡਾ ਹੈ, ਕੋਈ ਪ੍ਰੋਪੇਗੈਂਡਾ ਹੈ। ਸੋ ਗੱਲ ਇਹ ਹੈ ਕਿ ਇਹ ਆਮ ਆਦਮੀ ਪਾਰਟੀ ਦੇ ਵੱਲੋਂ ਸਵਾਲ ਰੇਜ਼ ਕੀਤਾ ਗਿਆ, ਇਸ ਦੀ ਵੀ ਗੱਲ ਕਰਾਂਗੇ। ਪਰ ਬੜੀ ਇੰਪੋਰਟੈਂਟ ਗੱਲ ਹੈ ਕਿ ਜਦੋਂ ਅਸੀਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਭ ਤੋਂ ਵੱਡਾ ਅਹੁਦਾ ਦੇ ਕੇ ਉਹਨਾਂ ਨੂੰ ਸਿਰਮੌਰ ਮੰਨਦੇ ਹਾਂ, ਸਾਰੀ ਕੌਮ ਉਹਨਾਂ ਦੀ ਅਗਵਾਈ ਦੇ ਵਿੱਚ ਇਕੱਤਰ ਹੁੰਦੀ ਹੈ, ਉਹਨਾਂ ਦੀ ਗੱਲ ਮੰਨਦੀ ਹੈ, ਇਹ ਆਪ SGPC ਕਹਿੰਦੀ ਹੈ, ਤਾਂ ਆਪ SGPC ਨੇ ਜਥੇਦਾਰ ਸਾਹਿਬ ਦੀ ਉਹ ਗੱਲ ਕਿਉਂ ਨਹੀਂ ਮੰਨੀ ਜਿਹੜੀ ਉਹਨਾਂ ਨੇ ਸਾਲ ਪਹਿਲਾਂ ਕਹੀ ਸੀ?
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਜੋ ਮਾਮਲਾ ਹੈ ਉਹ ਕਾਫੀ ਗਰਮਾਇਆ ਹੋਇਆ ਹੈ। ਅੱਜ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖਤੀ ਤੌਰ ਦੇ ਉੱਤੇ ਇਹ ਗੱਲ ਕਹੀ ਗਈ ਹੈ ਸਾਡੇ ਵੱਲੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਚੈਨਲ ਜਿਹੜਾ ਹੈ ਉਹ ਆਪ ਤਿਆਰ ਕਰੇ, ਲਾਂਚ ਕਰੇ। ਸੋ ਇਹ ਸਾਰਾ ਮਸਲਾ ਹੈ, ਇਹ ਸਾਰੀ ਬਿਆਨਬਾਜ਼ੀ ਹੈ, ਇਹ ਸਾਰੀਆਂ ਉਹ ਤਕਰੀਰਾਂ ਦੇ ਵਿੱਚੋਂ ਨਿਕਲੀ ਹੋਈ ਤਕਰਾਰ ਹੈ। ਇਸ ਦੇ ਉੱਤੇ ਚਰਚਾ ਮੁਨੱਕਦ ਕੀਤੀ ਹੈ। ਆਏ ਹੋਏ ਮਹਿਮਾਨਾਂ ਨਾਲ ਰਸਮੀ ਤਾਰੁਫ ਕਰਵਾਉਂਦੇ ਹੋਏ ਉਹਨਾਂ ਦਾ ਇਸਤਕਬਾਲ ਕਰਾਂਗੇ। ਸਾਡੇ ਨਾਲ ਇਸ ਚਰਚਾ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਜਿਹੜੇ ਮੈਂਬਰ ਅਮਰਿੰਦਰ ਸਿੰਘ ਜੀ, ਉਹ ਸਾਡੇ ਨਾਲ ਜੁੜਿਆ। ਤੁਹਾਡਾ ਸਵਾਗਤ ਹੈ। ਭਾਈ ਹਰਜਿੰਦਰ ਸਿੰਘ ਮਾਝੀ ਸਿੱਖ ਪ੍ਰਚਾਰਕ ਨੇ, ਜੀਓ ਆਇਆਂ ਨੂੰ। ਜਗਤਾਰ ਸਿੰਘ ਸੰਘੇੜਾ ਸਾਹਿਬ ਆਮ ਆਦਮੀ ਪਾਰਟੀ ਤੋਂ ਆਪਣੀ ਗੱਲਬਾਤ ਰੱਖਣਗੇ। ਚੇਅਰਮੈਨ ਸਾਹਿਬ, ਤੁਹਾਡਾ ਇਸ ਚਰਚਾ ਦੇ ਵਿੱਚ ਸਵਾਗਤ ਹੈ। ਸਭ ਤੋਂ ਪਹਿਲਾਂ ਸੰਘੇੜਾ ਸਾਹਿਬ, ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ, ਮੁੜ ਤੋਂ ਬਿਆਨ ਦਿੱਤੇ ਜਾਂਦੇ ਆ। ਲੰਘੇ ਕੱਲ ਮੁੱਖ ਮੰਤਰੀ ਸਾਹਿਬ ਨੇ ਦਿੱਤੇ, ਅੱਜ ਤੁਹਾਡੇ ਚੀਫ ਸਪੋਕਸਪਰਸਨ ਸਾਹਿਬ ਨੇ ਇਸ ਦੇ ਉੱਤੇ ਫੇਰ ਸਵਾਲ ਖੜਾ ਕਰ ਦਿੱਤਾ। ਆਖਰ ਇਸ ਵਾਦ ਨੂੰ ਵਿਵਾਦ ਦੇ ਵਿੱਚ ਕਿਉਂ ਤਬਦੀਲ ਕਰ ਦਿੱਤਾ ਗਿਆ? ਦੇਖੋ ਜੀ, ਬਹੁਤ ਸ਼ਰੇਆਮ ਹੀ ਦਿਸ ਰਿਹਾ ਆ ਕਿ ਮੁੜ ਕੇ ਨਾ ਮਤਲਬ ਕੁਝ ਬੋਲ ਹੋ ਰਹੇ ਆ। ਮੈਂ ਤਾਂ ਹੈਰਾਨ ਆ। ਪਹਿਲਾਂ ਸਿਆਸਤਦਾਨਾਂ ਦਾ ਹੁੰਦਾ ਸੀਗਾ ਕਿ ਉਹ ਲੋਕਾਂ ਨੂੰ ਉਦਾਂ ਹੀ ਸਮਝਿਆ ਵੀ ਜਿੱਦਾਂ ਮਰਜ਼ੀ ਭਰਮਾ ਲਓ ਜਾਂ ਕਿੱਦਾਂ। ਇੱਕ ਧਾਰਮਿਕ ਸੰਸਥਾ ਜਿਹੜੀ ਗੁਰਦੁਆਰਿਆਂ ਦੀ ਸਾਂਭ ਸੰਭਾਲ ਲਈ ਬਣੀ ਹੈ, ਉਹਦੇ ਪ੍ਰਧਾਨ ਜਿਹੜੇ ਆ ਉਹ ਲੋਕਾਂ ਨੂੰ, ਸੰਗਤ ਨੂੰ, ਸਾਰੀ ਦੁਨੀਆ 'ਚ ਨਾਮ ਲੈਵਾ ਸੰਗਤ ਨੂੰ ਉਦਾਂ ਹੀ ਸਮਝਦੇ ਆ ਕਿ ਸ਼ਾਇਦ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ। ਸਾਲ ਪਹਿਲਾਂ ਕਿਹਾ ਸੀਗਾ ਜਥੇਦਾਰ ਸਾਹਿਬ ਨੇ, ਤੁਸੀਂ ਹੁਣ ਦਿਖਾਇਆ ਵੀ ਆ, SGPC ਆਪਣਾ ਚੈਨਲ ਲਾਂਚ ਕਰੇ। ਜੇ ਸਾਲ 'ਚ ਨਹੀਂ ਹੋਇਆ ਤੇ ਜੇ ਹੁਣ ਵਾਲੇ ਜਥੇਦਾਰ ਸਾਹਿਬ ਨੇ ਕਹਿ ਵੀ ਦਿੱਤਾ ਕਿ ਠੀਕ ਹੈ ਤੁਸੀਂ YouTube ਚੈਨਲ ਜਿਹੜਾ ਉਹ ਚਲਾਓ ਤੇ ਨਾਲ TV ਤੇ ਵੀ ਉਹ ਪ੍ਰਸਾਰਣ ਕਰੋ। ਇਹ ਮੁੱਖ ਮੰਤਰੀ ਸਾਹਿਬ ਵੀ, ਭਗਵੰਤ ਮਾਨ ਸਾਹਿਬ ਵੀ ਹੁਣੀ ਥੋੜੀ ਦੇਰ ਪਹਿਲਾਂ ਹੀ ਕਹਿ ਕੇ ਹਟੇ ਆ ਕਿ ਉਹਨਾਂ ਨੇ ਕਿਤੇ ਵੀ ਚੈਨਲ ਦਾ ਨਾਮ ਨਹੀਂ ਲਿਆ। ਅਸੀਂ ਵੀ ਸੁਣਿਆ ਆ, ਕਿਤੇ ਵੀ ਉਹਨਾਂ ਨੇ ਚੈਨਲ ਦਾ ਨਾਮ ਨਹੀਂ ਲਿਆ ਵੀ ਕੋਈ ਚੈਨਲ ਨੂੰ ਜਿਹੜਾ ਦਿੱਤਾ ਜਾਵੇ। ਤੇ SGPC ਆਪਣੇ ਹੀ ਬੌਸ ਨੂੰ, ਆਪਣੇ ਪਰਿਵਾਰ ਨੂੰ, ਜਿਨ੍ਹਾਂ ਦੇ ਅਧੀਨ ਕੰਮ ਕਰ ਰਹੇ ਨੇ, ਉਹ ਚੱਲ ਕੇ ਕਰਨਾ, ਉਹਨਾਂ ਨੂੰ ਅਸੂਲਾਂ ਤੇ ਕੰਮ ਕਰਨਾ ਚਾਹੀਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਨੂੰ ਬਤੌਰ ਪ੍ਰਧਾਨ ਕਰਨਾ ਚਾਹੀਦਾ, ਕਿਸੇ ਨੂੰ ਬਤੌਰ ਮੈਂਬਰ ਕਰਨਾ ਚਾਹੀਦਾ। ਸੇਵਾ ਕਰਨੀ ਚਾਹੀਦੀ ਆ। ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਇਸ਼ਾਰਿਆਂ ਤੇ, ਇੱਕ ਪਰਿਵਾਰ ਦੇ ਇਸ਼ਾਰਿਆਂ ਤੇ ਉਹੀ ਕੁਝ ਕਰ ਰਹੇ ਆ। ਪ੍ਰਧਾਨ ਸਾਹਿਬ ਕਹਿ ਰਹੇ ਹੁਣ ਤੁਸੀਂ ਮੈਨੂੰ ਇਦਾਂ ਦੀ ਚਿੱਠੀ ਲਿਖੋ, ਉਹ ਚਿੱਠੀ ਲਿਖ ਰਹੇ ਆ। ਇਹ ਕੀ ਨਾਟਕ ਹੋ ਰਿਹਾ ਆ? ਔਰ ਉਹ ਵੀ ਗੁਰਬਾਣੀ ਦੇ ਪਬਲਿਕ ਦਾ ਇੱਕ ਸਵਾਲ ਹੈ। ਮੇਰੀ ਆਦਤ ਨਹੀਂ ਕਿ ਇੱਕ ਪਾਸੜ ਗੱਲ ਕਰਨੀ, ਜੋ ਹੁਣ ਕਿਉਂਕਿ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕੋਈ ਕਹਿਣ ਤੇ ਵੀ ਬੁਲਾਰਾ ਆਇਆ ਤੇ ਨਾ ਕੋਈ ਹੋਰ ਪੱਖ ਤੋਂ ਆਇਆ। ਇੱਕ ਜਿਹੜਾ ਸਵਾਲ ਉੱਠ ਰਿਹਾ ਕਿ ਆਖਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰਾਂ ਨੂੰ ਪਰਸਨਲੀ ਇੰਨਾ ਕੀ ਇੰਟਰਸਟ ਹੈ ਇਸ ਟੌਪਿਕ ਦੇ ਵਿੱਚ, ਬਾਕੀ ਦੇ ਸਾਰੇ ਮੁੱਦਿਆਂ ਨੂੰ ਵਿਸਾਰ ਕੇ ਕੇਵਲ ਇਸੇ ਦੇ ਉੱਤੇ ਫੋਕਸ ਕੀਤਾ ਹੋਇਆ? ਮੁੱਖ ਮੰਤਰੀ ਸਾਹਿਬ ਨੇ, ਭਗਵੰਤ ਮਾਨ ਸਾਹਿਬ ਨੇ ਕੋਈ ਮੁੱਦਾ ਨਹੀਂ ਵਿਸਾਰਿਆ। ਜਿਹੜੇ ਮੁੱਖ ਮੁੱਦੇ ਹੈਗੇ ਆ ਜਾਂ ਹੋਰ ਮੁੱਦੇ ਵੀ ਹੈਗੇ ਆ, ਸਾਰਿਆਂ ਤੇ ਵੱਖਰੀ ਵੱਖਰੀ ਕਾਰਵਾਈ ਹੋ ਰਹੀ ਆ। ਔਰ ਇਸ ਮੁੱਦੇ ਨੂੰ ਵੀ ਘਟਾ ਕੇ ਨਾ ਦੇਖਿਆ ਜਾਵੇ। ਲੋਕਾਂ ਦੀ ਮੰਗ ਹੈ, ਸੰਗਤ ਦੀ ਮੰਗ ਹੈ, ਮੇਰੀ ਵੀ ਮੰਗ ਹੈ, ਤੁਹਾਡੀ ਵੀ ਹੋਏਗੀ। ਤੁਸੀਂ ਅੰਦਰ ਝਾਤੀ ਮਾਰ ਕੇ ਦੇਖੋ। ਆਪਾਂ ਇਹ ਤੇ ਪਹਿਲਾਂ ਡਿਬੇਟਸ ਵੀ ਕਰ ਚੁੱਕੇ ਆ। ਇੱਕੋ ਹੀ ਚੈਨਲ ਨੂੰ ਏਕਾਧਿਕਾਰ ਕਿਉਂ? ਬੀਬੀ ਜਗੀਰ ਕੌਰ ਵਰਗੇ ਲੀਡਰ ਵੀ ਜਿਹੜੇ ਇਹਨਾਂ ਦਾ ਹਿੱਸਾ ਹੁੰਦੇ ਸੀ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਰਹੇ ਆ, ਉਹ ਵੀ ਇਹੋ ਜਿਹੇ ਵਿਚਾਰ ਰੱਖਦੇ ਆ। ਔਰ ਉਸ ਤੋਂ ਓਵਰ ਐਂਡ ਅਬਵ ਆਲ ਧਾਲੀਵਾਲ ਸਾਹਿਬ, ਇੰਨੀਆਂ ਡਿਬੇਟਸ ਹੋਈਆਂ। ਮੈਂ ਬਾਰ-ਬਾਰ ਸ਼੍ਰੋਮਣੀ ਕਮੇਟੀ ਦੇ ਬੁਲਾਰਿਆਂ ਨੂੰ, ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰਿਆਂ ਨੂੰ ਕਿਹਾ ਕਿ ਤੁਸੀਂ ਦੱਸੋ ਕਿ ਫ੍ਰੀ ਪ੍ਰਚਾਰ ਤੇ ਪ੍ਰਸਾਰ, ਫ੍ਰੀ ਟੂ 에ਅਰ, ਇਹ ਸਾਰੇ ਕਰ ਸਕਣ। ਇਹਦੇ ਤੇ ਤੁਹਾਨੂੰ ਕੀ ਇਤਰਾਜ਼ ਆ? ਕਿਸੇ ਨੇ ਇੱਕ ਵਾਰੀ ਵੀ ਨਹੀਂ ਕਿਹਾ ਵੀ ਸਾਨੂੰ ਇਤਰਾਜ਼ ਹੈ। ਕਹਿ ਹੀ ਨਹੀਂ ਸਕਦੇ। ਜੇ ਕਹਿ ਦੇਣਗੇ ਤਾਂ ਐਕਸਪੋਜ਼ ਹੋ ਜਾਣਗੇ। ਪਰ ਹੁਣ ਵੀ ਐਕਸਪੋਜ਼ ਹੋ ਰਹੇ ਆ। ਉਹ ਮੁੜ ਘਿੜ ਕੇ ਇੱਕ ਚੈਨਲ ਦੀ, ਇੱਕ ਪਰਿਵਾਰ ਦੀ ਇਜਾਰੇਦਾਰੀ ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਤੇ ਰੱਖਣਾ ਚਾਹੁੰਦੇ ਆ। ਉਹਦਾ ਸਾਰਿਆਂ ਨੂੰ ਪਤਾ ਆ, ਕਿਉਂਕਿ ਧਰਮ ਦੇ ਵਿੱਚੋਂ, ਧਰਮ ਨੂੰ ਮਿਸਯੂਜ਼ ਕਰਕੇ ਹੀ ਪਹਿਲਾਂ ਸਿਆਸਤ ਕਰਦੇ ਰਹੇ ਆ। ਇਸੇ ਹੀ ਕਰਕੇ ਇਹ ਆਈਸੋਲੇਟ ਹੋਏ ਆ। ਜਦੋਂ ਪਹਿਲਾਂ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਹੋਈਆਂ, ਉਹਨਾਂ ਬਾਰੇ ਸਾਫ਼ ਨਾ ਦੇਣਾ, ਉਂਗਲ ਕਿੱਧਰ ਨੂੰ ਜਾਂਦੀ ਸੀ, ਕਿਹੜੇ ਡੇਰੇ ਵੱਲ ਨੂੰ ਜਾਂਦੀ ਸੀ, ਸਾਰਿਆਂ ਨੂੰ ਪਤਾ ਆ। ਸ਼੍ਰੋਮਣੀ ਅਕਾਲੀ ਦਲ ਉਸ ਗੱਲ ਤੇ ਸਿਆਸਤ ਕਰਨ ਲੱਗ ਗਿਆ। ਪਹਿਲਾਂ ਮਾਫੀ ਦੇ ਦਿੱਤੀ, ਫਿਰ ਮਾਫੀਨਾਮਾ ਵਾਪਸ ਲੈ ਲਿਆ। ਜਥੇਦਾਰਾਂ ਨੂੰ ਆਪਣੇ ਹਿਸਾਬ ਨਾਲ ਚਲਾਉਣਾ,
ਹੋਰ ਸਾਰਾ ਲੋੜ ਤੋਂ ਵੱਧ ਦਖਲਅੰਦਾਜ਼ੀ, ਜਦ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਮਹੂਰੀ ਢੰਗ ਨਾਲ ਚੁਣੀ ਹੋਈ ਆ, ਉਹ ਆਪਣੇ ਤੌਰ ਤੇ ਕੰਮ ਹੀ ਨਹੀਂ ਕਰਨ ਦਿੰਦੇ, ਜੇਬ ਚੋਂ ਪ੍ਰਧਾਨ ਨਿਕਲਦਾ ਰਿਹਾ ਹੈ, ਸੋ ਉਹ ਉਹਨਾਂ ਨੂੰ ਮੈਨੇਜ ਕਰ ਰਹੇ ਆ। ਇਦਾਂ ਨਹੀਂ ਚਾਹੀਦਾ, ਅਸੂਲਾਂ ਦੇ ਆਧਾਰ ਤੇ ਕਾਰਵਾਈ ਹੋਣੀ ਚਾਹੀਦੀ ਹੈ। ਭਗਵੰਤ ਮਾਨ ਸਾਹਿਬ 3.5 ਕਰੋੜ ਲੋਕਾਂ ਦੀ ਨੁਮਾਇੰਦਗੀ ਕਰਦੇ ਆ। ਵਰਲਡ ਵਾਈਡ ਸਿੱਖ, ਪੰਜਾਬੀ ਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਫੈਲੀ ਹੋਈ ਹੈ। ਜਿਹੜੇ ਵੀ ਗੁਰਬਾਣੀ ਸੁਣਨਾ ਚਾਹੁੰਦੇ ਆ ਉਹ ਉਹਨਾਂ ਦਾ ਅਧਿਕਾਰ ਹੈ ਇਸ ਗੱਲ ਦਾ। ਇਹ ਥੋੜੀ ਆ ਕਿ ਜਿਹੜੇ ਲੋਕ ਚੁਣ ਕੇ ਚਲੇ ਗਏ ਉਹ ਇੱਕ ਪਾਰਟੀ ਦੇ ਅਧੀਨ ਆ ਗਏ ਤੇ ਉਹ ਪਾਰਟੀ ਆਪਣੇ ਜਿਹਨੂੰ ਮਰਜ਼ੀ ਏਕਾਧਿਕਾਰ ਜਾਂ ਜਿਹੜੇ ਸੋਲੋ ਅਧਿਕਾਰ ਦੇ ਦੇਵੇ ਜਾਂ ਐਕਸਕਲੂਸਿਵ ਰਾਈਟ ਦੇ ਦੇਵੇ। ਹੁਣੇ ਮੈਂ ਸੁਣ ਰਿਹਾ ਸੀਗਾ, ਐਕਸਕਲੂਸਿਵ ਰਾਈਟ ਉਹ ਵੀ ਸਰਬ ਸਾਂਝੀ ਗੁਰਬਾਣੀ ਦੇ, ਇਹ ਤਾਂ ਲਫ਼ਜ਼ ਹੀ ਨਹੀਂ ਗਲੇ ਤੋਂ ਥੱਲੇ ਉਤਰਦੇ। ਸੋ ਇਹਨਾਂ ਨੇ ਹੁਣ ਦੇਖੋ ਐਤਕੀ ਫੇਰ ਟੈਂਡਰ ਫਲੋਟ ਕਰਤੇ ਸੀਗੇ, ਵੇਚਣਾ ਹੈ ਗੁਰਬਾਣੀ ਨੂੰ। ਗੁਰਬਾਣੀ ਨੂੰ ਵੇਚੋਗੇ, ਸਭ ਤੋਂ ਅਮੀਰ ਆਦਮੀ ਗੁਰਬਾਣੀ ਖਰੀਦ ਲਏਗਾ। ਬਿਲਕੁਲ ਇਸ ਗੱਲ ਦਾ ਸਿੰਘੜਾ ਸਾਹਿਬ ਜਵਾਬ ਮੈਂ ਅਮਰਿੰਦਰ ਸਿੰਘ ਜੀ ਤੋਂ ਜ਼ਰੂਰ ਚਾਹੂੰਗਾ। ਅਮਰਿੰਦਰ ਸਿੰਘ ਜੀ, ਉਹ ਗੱਲ ਤੁਸੀਂ ਵੀ ਸੁਣੀ ਸੀ, ਜਿਹੜੇ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੀਬੀ ਜਗੀਰ ਕੌਰ ਹੋਰੀ ਕਹਿ ਰਹੇ ਸੀਗੇ ਕਿ ਜਿਸ ਚੈਨਲ ਨੂੰ ਅਸੀਂ ਗੁਰਬਾਣੀ ਪ੍ਰਸਾਰਣ ਕਰਨ ਦੇ ਅਧਿਕਾਰ ਦਿੱਤੇ, ਜਦੋਂ ਅਸੀਂ ਕੋਈ ਖਾਸ ਦਿਨ ਸੀਗਾ ਜਦੋਂ ਆਪਣੇ ਚੈਨਲ ਤੋਂ ਚਲਾਤਾ ਤੇ ਸਾਨੂੰ ਹੀ ਉਲਟਾ ਨੋਟਿਸ ਭੇਜ ਦਿੱਤਾ ਗਿਆ ਕਿ ਤੁਸੀਂ ਕੌਣ ਚਲਾਉਣ ਵਾਲੇ ਹੁੰਦੇ ਜਦੋਂ ਅਧਿਕਾਰ ਸਾਡੇ ਕੋਲੇ ਹੈ। ਸੋ ਅਜਿਹਾ ਰਵੱਈਆ ਬਣਨ ਦਾ ਕਾਰਨ ਕੀ ਹੈ? ਕੀ ਕੋਈ ਡਰ ਹੈ, ਕੋਈ ਮੁਨਾਫਾ ਖੁੱਸਣ ਦਾ ਕੋਈ ਡਰ ਹੈ, ਜਾਂ ਕੋਈ ਕਿਸੇ ਹੋਰ ਤਰੀਕੇ ਦਾ ਸੰਸਾ ਲੱਗਿਆ ਹੋਇਆ ਵੀ ਜੇ ਇਹ ਸਾਡੇ ਹੱਥੋਂ ਚਲਾ ਗਿਆ ਤੇ ਪਤਾ ਨਹੀਂ ਕੀ ਖੁੱਸ ਜਾਊਗਾ? ਦੇਖੋ ਨਵਜੋਤ ਜੀ, ਜੋ ਬੀਬੀ ਜੀ ਨੇ ਗੱਲ ਕੀਤੀ ਹੈ ਉਸ ਦੇ ਉੱਪਰ ਆਉਣ ਤੋਂ ਪਹਿਲਾਂ ਮੈਂ ਥੋੜਾ ਜਿਹਾ ਤੇ ਪਿਛੋਕੜ 'ਚ ਜਾਣਾ ਚਾਹਾਂਗਾ ਕਿ ਤਕਰੀਬਨ 25 ਸਾਲ ਤੋਂ ਇਹ ਜਿਹੜਾ ਗੁਰਬਾਣੀ ਪ੍ਰਸਾਰਣ ਦਾ ਜਿਹੜਾ ਹੈ ਇਹਨਾਂ ਨੇ ਇੱਕ ਆਪਣੇ ਪਰਿਵਾਰ ਨੂੰ ਦਿੱਤਾ ਹੋਇਆ ਹੈ। ਸੋ ਉਹਦੇ ਵਿੱਚ ਇਹੋ ਜਿਹੇ ਹਾਲਾਤ ਬਣੇ, ਤੁਹਾਨੂੰ ਸ਼ਾਇਦ ਯਾਦ ਹੋਏਗਾ, ਸੰਗਤ ਦੀ ਵੀ ਮੈਮਰੀ ਮੈਂ ਰੀਫਰੈਸ਼ ਕਰ ਦੇਵਾਂ ਕਿ ਮਿਸ ਪੰਜਾਬਣ ਪ੍ਰੋਗਰਾਮ ਵੀ ਪੀਟੀਸੀ ਚਲਾਉਂਦਾ ਸੀ ਤੇ ਉਹਦੇ ਵਿੱਚ ਕੁਝ ਧੀਆਂ ਭੈਣਾਂ ਨੇ ਕੁਝ ਇਤਰਾਜ਼ਯੋਗ ਉਹਨਾਂ ਨੇ FIRਾਂ ਕਰਵਾਈਆਂ ਕਿ ਸਾਡੇ ਨਾਲ ਪੀਟੀਸੀ ਦੇ ਜਿਹੜੇ ਬੰਦੇ ਹੈਗੇ ਆ, ਵੱਡੇ ਉੱਚ ਅਹੁਦੇਦਾਰ ਹੈ, ਉਹ ਗਲਤ ਹਰਕਤਾਂ ਕਰਦੇ ਆ ਤੇ ਉਹਦੇ ਵਿੱਚ FIR ਵੀ ਕੱਟੀ ਤੇ ਵੱਡੇ ਇਹਨਾਂ ਦੇ ਡਾਇਰੈਕਟਰ ਤੇ ਹੋਰ ਬੰਦੇ ਜਿਹੜੇ ਆ ਉਹ ਅੰਦਰ ਗਏ ਕਿ ਟਰਪੀਚੂਡ ਦੇ ਕੇਸਾਂ ਦੇ ਵਿੱਚ ਉਹ ਅੰਦਰ ਗਏ, ਅੰਦਰ ਜਾ ਕੇ ਹਾਈ ਕੋਰਟ ਤੋਂ ਅੱਜ ਤੱਕ ਉਹ ਜ਼ਮਾਨਤ ਤੇ ਹੈਗੇ ਆ। ਸੋ ਇਹਨਾਂ ਹਾਲਾਤਾਂ ਦੇ ਵਿੱਚ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਹਰਪ੍ਰੀਤ ਸਿੰਘ ਜੀ ਦੇ ਉੱਪਰ ਦਬਾਅ ਬਣਿਆ ਤੇ ਉਹ ਇੰਨੇ ਮਜਬੂਰ ਹੋ ਗਏ ਕਿ ਉਹਨਾਂ ਨੂੰ ਇਹ ਆਦੇਸ਼ ਜਾਰੀ ਕਰਨਾ ਪਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਦਾ ਚੈਨਲ ਬਣਾਵੇ ਤੇ ਇਹਨਾਂ ਨੂੰ ਦਰਬਾਰ ਸਾਹਿਬ ਤੋਂ ਬਾਹਰ ਕਰੇ। ਤੇ ਉਹ ਚੀਜ਼ ਜਿਹੜੀ ਹੈ ਤਕਰੀਬਨ 1 ਸਾਲ ਤੋਂ ਉੱਪਰ ਉਸ ਗੱਲ ਨੂੰ ਹੋ ਗਿਆ ਤੇ ਇਹ ਮਤਲਬ ਰੋਲ ਘਚੋਲਾ ਮਚਿਆ ਹੋਇਆ, ਬਾਹਰ ਉਹ ਨਹੀਂ ਹੋ ਰਹੇ। ਜਥੇਦਾਰ ਸਾਹਿਬ ਵੀ ਬਾਹਰ ਹੋ ਗਏ ਹੈ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚੋਂ, ਇਹ ਅਸੀਂ ਸਾਰੀ ਸੰਗਤ ਨੇ ਦੇਖਿਆ। ਸੋ ਇਹਨਾਂ ਹਾਲਾਤਾਂ ਦੇ ਵਿੱਚ ਮਤਲਬ ਐਸੇ ਜਿਨ੍ਹਾਂ ਦੇ ਉੱਪਰ ਇਲਜ਼ਾਮ ਹੋਣ ਉਹਨਾਂ ਨੂੰ ਪੂਰਾ ਦਰਬਾਰ ਸਾਹਿਬ ਕੰਪਲੈਕਸ ਉਹਨਾਂ ਦੇ ਹਵਾਲੇ ਕੀਤਾ, ਉਹਨਾਂ ਦੇ ਕੈਮਰੇਮੈਨ ਵਿੱਚ ਦੰਦ ਨਾਂਦੇ ਫਿਰਦੇ ਆ। ਜੇ ਤੁਸੀਂ ਜਾਂ ਮੈਂ ਜਾ ਕੇ ਇੱਕ ਆਪਣੇ ਮੋਬਾਈਲ ਨਾਲ ਵੀ ਆਪਾਂ ਫੋਟੋ ਖਿੱਚੀਏ ਤਾਂ ਇਹਨਾਂ ਦਾ ਬਰਛੇ ਵਾਲਾ ਜਿਹੜਾ ਹੈਗਾ ਉਹ ਬਰਛਾ ਲੈ ਕੇ ਭੱਜਦਾ ਕਿ ਫੋਟੋ ਨਹੀਂ ਖਿੱਚਣੀ। ਸੋ ਇਹ ਹਾਲਾਤਾਂ ਦੇ ਵਿੱਚ ਦਰਬਾਰ ਸਾਹਿਬ ਕੰਪਲੈਕਸ ਨੂੰ ਮਤਲਬ ਇੱਕ ਕਿਸਮ ਦਾ ਆਪਣੀ ਜਕੜ ਦੇ ਵਿੱਚ ਇਹਨਾਂ ਨੇ ਰੱਖਿਆ ਹੋਇਆ ਹੈ। ਤੋ ਇਹਨਾਂ ਹਾਲਾਤਾਂ ਦੇ ਵਿੱਚ ਆਪਾਂ ਹੁਣ ਕੀ ਗੱਲ ਕਰ ਸਕਦੇ ਹਾਂ? ਜਿਵੇਂ ਸੰਘੇੜਾ ਸਾਹਿਬ ਨੇ ਗੱਲ ਕੀਤੀ ਹੈ ਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਜਦੋਂ ਐਕਟ ਮਤਲਬ ਨੋਟੀਫਿਕੇਸ਼ਨ ਕਰਨ ਦੀ ਜਦੋਂ ਗੱਲ ਚੱਲੀ ਕਿ ਬਈ ਗੁਰਬਾਣੀ ਜਿਹੜੀ ਆ ਫ੍ਰੀ ਟੂ ਏਅਰ ਹੋਣੀ ਚਾਹੀਦੀ ਹੈ, ਉਹਦੇ ਵਿੱਚ ਇੱਕ ਗੱਲ ਉਹਨਾਂ ਨੇ ਕਹੀ ਕਿ ਹਰੇਕ ਕਨੈਕਸ਼ਨ ਜਿਹੜਾ ਓਵਰਸੀਜ਼ ਕਨੈਕਸ਼ਨ ਹੈ ਉਹਦੇ ਵਿੱਚ $54 ਦੀ ਫੀਸ ਹੈ। ਜਿਸ ਗੁਰਸਿੱਖ ਨੇ ਆਪਣੇ ਘਰ ਦੇ ਵਿੱਚ ਗੁਰਬਾਣੀ ਦਾ ਕਨੈਕਸ਼ਨ ਲੈਣਾ ਹੈ, ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਪੂਰੇ ਯੂਰਪ ਦੇ ਵਿੱਚ, ਹੋਰ ਓਵਰਸੀਜ਼ ਜਿੰਨੀਆਂ ਫੋਰਨ ਕੰਟਰੀਜ਼ ਹੈਗੀਆਂ, ਸੋ ਉਹਦੇ ਵਿੱਚ ਅਰਬਾਂ ਰੁਪਏ ਦਾ ਜਿਹੜਾ ਕਾਰੋਬਾਰ ਹੈ ਉਹ ਜੁੜਿਆ ਹੋਇਆ। ਮੈਂ ਸਮਝਦਾ $54 ਵੱਡੀ ਰਕਮ ਹੁੰਦੀ ਹੈ ਇੱਕ ਕਨੈਕਸ਼ਨ ਲਈ। ਔਰ ਕਿੰਨੇ ਘਰ ਹੈਗੇ ਆ ਪੂਰੇ ਮਤਲਬ ਡਾਇਸਪੋਰਾ ਦੇ ਵਿੱਚ ਜਿਹੜੇ $54 ਇਹਨਾਂ ਨੂੰ ਦੇ ਰਹੇ ਹੈ। ਸੋ ਇਹ ਜਿਹੜਾ ਇੱਕ ਲਾਲਚ ਹੈ ਇਸ ਨੇ ਇਹਨਾਂ ਨੂੰ ਬੰਨਿਆ ਹੋਇਆ ਤੇ ਇਹ ਚਾਹੁੰਦੇ ਆ ਕਿ ਵੀ ਹੋਰ ਕੋਈ ਇਹਦਾ ਮਤਲਬ ਮੁਨਾਫਾ ਨਾ ਕਮਾ ਸਕੇ। ਸੋ ਇਹਨਾਂ ਹਾਲਾਤਾਂ ਦੇ ਵਿੱਚ ਆਪਾਂ ਸਾਰਾ ਕੁਝ ਦੇਖ ਰਹੇ ਹਾਂ। ਹੁਣ ਮਤਲਬ ਜਦੋਂ YouTube ਚੈਨਲ ਦੀ ਗੱਲ ਆਈ, ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ YouTube ਚੈਨਲ ਵੀ ਇਹਨਾਂ ਨੇ ਨੰਨੀ ਛਾਂ ਨੂੰ ਹੀ ਦੇ ਦਿੱਤਾ ਜੀ। ਮਤਲਬ ਜਿਹੜੇ ਨੰਨੀ ਛਾਂ ਦੇ ਡਾਇਰੈਕਟਰ ਹੈ ਉਹੀ ਉਸ ਕੰਪਨੀ ਦੇ ਡਾਇਰੈਕਟਰ ਹੈ ਜਿਹੜੇ YouTube ਚੈਨਲ ਨੂੰ ਇਹਨਾਂ ਨੇ ਠੇਕਾ ਦਿੱਤਾ ਤੇ ਉਸ ਨੂੰ 12.5 ਲੱਖ ਰੁਪਏ ਪਰ ਮੰਥ ਵੀ ਦੇਣਗੇ YouTube ਚੈਨਲ ਨੂੰ ਚਲਾਉਣ ਲਈ। ਤੇ ਉਹਦੇ ਵਿੱਚ ਜਿਹੜੇ ਡਾਇਰੈਕਟਰਸ ਦਾ ਐਡਰੈਸ ਹੈ ਉਹਨਾਂ ਦੀ 9 ਸੈਕਟਰ ਵਾਲੀ ਕੋਠੀ ਦਾ ਐਡਰੈਸ ਹੈ। ਮਤਲਬ ਜਿਹੜਾ ਉਹ ਆਰਗੇਨਾਈਜੇਸ਼ਨ ਜਿਹੜੀ ਹੈਗੀ ਹੈ ਜਿਸ ਨੂੰ ਵੀ ਇਹਨਾਂ ਨੇ YouTube ਦਾ ਦਿੱਤਾ ਹੈ ਤੇ ਉਹ ਹੁਣ ਅੱਜ ਕੱਲ ਤਾਂ ਸਾਰਾ ਇੰਟਰਨੈਟ ਦਾ ਜ਼ਮਾਨਾ ਹੈ, ਘੰਟੇ ਦੇ ਵਿੱਚ ਬੰਦੇ ਦੀ ਸਾਰੀ ਡਿਟੇਲਸ ਜਿਹੜੀ ਉਹ ਬਾਹਰ ਆ ਜਾਂਦੀ ਹੈ। ਮਤਲਬ ਜਾਂ ਇਹ ਮੂਰਖ ਹੈ ਜਾਂ ਅਣਜਾਣ ਹੈ ਜਾਂ ਇਹਨਾਂ ਨੇ ਲੋਕਾਂ ਨੂੰ ਬੇਵਕੂਫ ਸਮਝਿਆ, ਸਮਝ ਤੋਂ ਬਾਹਰ ਹੈ ਕਿ ਵੀ ਇੰਨਾ
ਬਾਬਰੋਲਾ ਮਚਿਆ ਹੋਇਆ, ਲੇਕਿਨ ਫਿਰ ਤੁਸੀਂ ਐਸੀਆਂ ਹਰਕਤਾਂ ਕਰ ਰਹੇ ਹੋ। ਸੋ ਹੁਣ ਅੱਜ ਦੀ ਤਰੀਕ ਦੇ ਵਿੱਚ ਇਹ ਹੈ ਕਿ ਵੀ ਮੁੜ ਘਿੜ ਕੇ ਜਿਵੇਂ ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕਿ ਉੱਥੇ ਹੀ ਗੱਲ ਲੈ ਆਏ ਆ ਇਹ। ਹੁਣ ਮਸਲਾ ਇਹ ਹੋ ਗਿਆ ਕਿ SGPC ਨੂੰ PTC ਚੈਨਲ ਆਪਣੀ ਇਨਕਮ ਦੇ ਵਿੱਚੋਂ ਕੁਝ ਪਰਸੈਂਟੇਜ ਦਿੰਦਾ ਸੀ, ਜਿਹੜਾ ਐਗਰੀਮੈਂਟ ਸੀਗਾ ਕਿ ਅਸੀਂ ਉਹਨਾਂ ਨੂੰ ਪੇ ਕਰਾਂਗੇ। ਹੁਣ ਇਹਨਾਂ ਨੇ ਉਹ ਐਗਰੀਮੈਂਟ ਵੀ ਨਹੀਂ ਕੀਤਾ ਤੇ ਉਹਨੂੰ ਖੁੱਲ੍ਹਾ ਹੀ ਦੇ ਦਿੱਤਾ ਕਿ ਤੂੰ ਹੁਣ ਸਾਨੂੰ ਕੁਝ ਦੇਣਾ ਜਾਂ ਨਹੀਂ ਦੇਣਾ ਬਾਅਦ ਚ ਦੇਖਾਂਗੇ, ਤੂੰ ਤਾਂ ਮੁਨਾਫਾ ਕਮਾ ਜੀ। ਕੋਈ ਉਹਦੇ ਤੇ ਬੰਦਿਸ਼ ਵੀ ਨਹੀਂ ਲਾਈ ਬਈ ਜਿਹੜੇ ਤੇ ਜਿਹੜੀ 3 ਮਹੀਨੇ ਜਾਂ 2 ਮਹੀਨੇ ਜਿੰਨੀ ਦੇਰ ਵੀ ਮੰਨ ਲਓ ਚਲਾਏਗਾ। ਪਹਿਲੀ ਗੱਲ ਤਾਂ ਇਹਨਾਂ ਨੇ ਉਹਨੂੰ ਪੱਕਾ ਹੀ ਦੇ ਦੇਣਾ, ਇਹਨਾਂ ਨੇ ਆਪ ਦਾ ਚੈਨਲ ਬਣਾਉਣਾ ਹੀ ਨਹੀਂ ਹੈ। ਸੋ ਉਹ ਜਿਹੜਾ ਮੁਨਾਫਾ ਉਹਦੇ ਵਿੱਚ ਹੋਏਗਾ ਉਹਦੇ ਵਿੱਚ ਕੋਈ ਬਾਈਂਡਿੰਗ ਰੱਖੀ ਹੈ ਕਿ ਬਈ ਤੁਸੀਂ ਸਾਨੂੰ ਕੀ ਦਵੋਗੇ, ਕੀ ਕਰੋਗੇ, ਕੀ ਟਰਮਸ ਐਂਡ ਕੰਡੀਸ਼ਨਸ ਹੋ ਗਈਆਂ। ਹੁਣ ਤਾਂ ਫ੍ਰੀ ਫॉर ਆਲ ਕਰਤਾ ਕਿ ਜੀ ਤੁਹਾਨੂੰ ਅਸੀਂ ਰਿਕੁਐਸਟ ਕਰ ਰਹੇ ਹਾਂ ਕਿ ਤੁਸੀਂ ਚਲਾਓ ਇਹਨੂੰ। ਸੋ ਇਹਨਾਂ ਹਾਲਾਤਾਂ ਦੇ ਵਿੱਚੋਂ ਮਤਲਬ ਸਾਰਾ ਜਿਹੜਾ ਹੈਗਾ ਸਮਾਜ ਆਪਣਾ ਗੁਜ਼ਰ ਰਿਹਾ ਹੈ ਤੇ ਮੈਂ ਤਾਂ ਅਖੀਰ 'ਚ ਇਹੀ ਸਮਝਦਾ ਕਿ ਇਹਨਾਂ ਦੇ ਭਾਗਾਂ 'ਚ ਹੀ ਨਹੀਂ ਹੈ ਕਿ ਗੁਰਬਾਣੀ ਨੂੰ ਇਹ ਫ੍ਰੀ ਫॉर ਆਲ ਕਰ ਸਕਣ। ਉਹਦੇ ਲਈ ਭਾਗ ਚਾਹੀਦੇ ਆ। ਭਾਗ ਜਿਹੜੇ ਆ ਉਹ ਬੜੇ ਮਾੜੇ ਆ, ਉਹ ਵੇਚਣ ਦੇ ਵਾਲੀ ਭਾਗ ਮਹਾਰਾਜ ਨੇ ਇਹਨਾਂ ਨੂੰ ਲਿਖੇ ਆ ਤੇ ਜਿੰਨੀ ਦੇਰ ਇਹ ਉੱਥੇ ਬੈਠੇ ਆ ਮੈਂ ਸਮਝਦਾ ਇਹ ਫ੍ਰੀ ਫॉर ਆਲ ਨਹੀਂ ਹੋ ਸਕਦੀ। ਅੱਜ ਦੀ ਅਖਬਾਰ ਦੇ ਵਿੱਚ ਹੀ ਹੈ ਕਿ ਚੜ੍ਹਦੀ ਕਲਾ ਟਾਈਮ TV ਨੇ ਇਹਨਾਂ ਨੂੰ ਦਰਖਾਸਤ ਬੇਨਤੀ ਕੀਤੀ ਹੈ ਕਿ ਸਾਨੂੰ ਵੀ ਸਿਗਨਲ ਦਿਓ, ਪਰ ਇਹਨਾਂ ਨੇ ਦੇਣਾ ਨਹੀਂ ਹੈ ਕਿਸੇ ਨੂੰ। ਇਹ ਮੁਨਾਫਾ ਜਿਹੜਾ $54 ਕੀ ਇਹਦੇ ਪਿੱਛੇ ਕੋਈ ਵਪਾਰਕ ਸੋਚ ਜੁੜੀ ਹੋਈ ਹੈ ਜਾਂ ਕੋਈ ਸਿਆਸਤ ਨੂੰ ਖੋਰਾ ਲੱਗ ਸਕਦਾ ਹੈ, ਉਸ ਦਾ ਡਰ ਛੁਪਿਆ ਹੋਇਆ? ਇਹਦੇ ਵਿੱਚ ਦੇਖੋ ਜੀ ਮੈਂ ਇਹ ਸਮਝਦਾ ਕਿ ਬਈ ਦੋਨੋਂ ਹੀ ਚੀਜ਼ਾਂ ਜੁੜੀਆਂ ਹੋਈਆਂ ਹੈਗੀਆਂ। ਵਪਾਰਕ ਸੋਚ ਤਾਂ ਆਪਣੇ ਆਪ ਜਦੋਂ $54 ਦੀ ਕਨੈਕਸ਼ਨ ਤੋਂ ਤੁਸੀਂ ਲੈ ਰਹੇ ਹੋ ਤੇ ਉਹ ਵੱਡਾ ਵਪਾਰ ਤਾਂ ਹੈਗਾ ਹੀ ਹੈਗਾ। ਉਹ ਕੋਈ ਹੋਰ ਚੈਨਲ ਜਿਹਦੇ ਆਏਗਾ ਤੇ ਨੈਚੁਰਲੀ ਪਬਲਿਕ ਕੋਲ ਵੀ ਆਪਸ਼ਨ ਹੋਏਗੀ। ਤੁਸੀਂ ਸਰਫਿੰਗ ਕਰਦੇ ਹੋ, ਤੁਸੀਂ ਦੂਸਰੇ ਚੈਨਲ ਤੇ ਜਾਓਗੇ, ਵਿਊਅਰਸ਼ਿਪ ਉਹਨਾਂ ਦੀ ਘਟੇਗੀ, ਉਹਨਾਂ ਦਾ ਵਪਾਰ ਘਟੇਗਾ, ਐਡ ਘਟੇਗੀ, ਅੱਗੇ ਤੋਂ ਅੱਗੇ ਉਹ ਕੜੀ ਦਰ ਕੜੀ ਜਿਹੜਾ ਵਪਾਰ ਜਿਹੜਾ ਡਾਊਨ ਹੋਏਗਾ। ਤੇ ਉਸ ਤੋਂ ਇਲਾਵਾ ਜਦੋਂ TRP PTC ਦੀ ਘਟ ਜਾਏਗੀ ਤੇ ਲੋਕੀ ਹੁਣ ਲਾਉਂਦੇ ਤਾਂ PTC ਨੂੰ ਗੁਰਬਾਣੀ ਲਈ ਹੈ, ਲੇਕਿਨ ਉਹਦੇ ਵਿੱਚ ਨਿਊਜ਼ ਵੀ ਚੱਲਦੀ ਹੈ ਥੋੜੀ ਦੇਰ ਬਾਅਦ ਲੋਕੀ ਫਿਰ ਉਹ ਪਬਲਿਕਲੀ ਹੁੱਕ ਹੋ ਜਾਂਦੇ ਆ ਉਸ ਚੈਨਲ ਦੇ ਨਾਲ। ਸੋ ਇਹਨਾਂ ਦੀ ਵੀ ਸ਼ਕਲਾਂ ਦਿਖਦੀਆਂ ਹੀ ਰਹਿੰਦੀਆਂ ਗਾਹੇ ਬਗਾਏ, ਉਹ ਵੀ ਪਬਲਿਕ ਦੇ ਵਿੱਚ ਦਿਖਣੋਂ ਹਟ ਜਾਣਗੀਆਂ। ਸੋ ਇੱਕ ਮਤਲਬ ਮਲਟੀਪਲ ਇੱਕ ਮਤਲਬ ਇਹਨਾਂ ਦਾ ਜਿਹੜਾ ਪਲੇਟਫਾਰਮ ਹੈ ਉਹ ਹਿੱਲ ਜਾਏਗਾ। ਤੋ ਇਸ ਕਰਕੇ ਮੈਂ ਸਮਝਦਾ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ। ਮੈਂ ਆਉਂਗਾ ਮੁੜ ਤੋਂ ਤੁਹਾਡੇ ਕੋਲ ਮਾਝੀ ਸਾਹਿਬ। ਬੜੇ ਅਫਸੋਸ ਨਾਲ ਇੱਕ ਗੱਲ ਮੈਂ ਹੋਰ ਐਡ ਕਰਨੀ ਚਾਹਾਂਗਾ ਕਿ ਬੜੇ ਅਫਸੋਸ ਨਾਲ ਇਹ ਗੱਲ ਕਹਿਣੀ ਪੈਂਦੀ ਹੈ ਕਿ ਜਦੋਂ ਹੁਣ ਇਹਨਾਂ ਨੂੰ ਕੰਟੀਨਿਊ ਕਰਨ ਲਈ ਕਿਹਾ ਹੈ, ਉਹ ਵੀ ਪ੍ਰਧਾਨ ਜੀ ਨੇ ਨਹੀਂ, ਉਹ ਵੀ 3 ਬੰਦੇ ਆ ਕੇ ਕਹਿ ਰਹੇ ਜਦੋਂ ਕਿ SGPC ਦੀ ਜਿਹੜੀ ਐਗਜ਼ੈਕਟਿਵ ਹੈ ਉਹ ਸਰਵਾ ਹੈ, ਉਹਦੀ ਮਰਜ਼ੀ ਤੋਂ ਬਿਨਾ ਕੋਈ ਵੀ ਡਿਸੀਜਨ ਨਹੀਂ ਹੋ ਸਕਦਾ। ਲੇਕਿਨ ਇਹਨਾਂ ਨੇ ਮਤਲਬ SGPC ਦੀ ਜਿਹੜੀ ਐਗਜ਼ੈਕਟਿਵ ਹੈ ਉਹਨੂੰ ਵੀ ਛਿੱਕੇ ਟੰਗਤਾ। ਆਪ ਹੀ 3 ਬੰਦੇ ਬਿਠਾ ਕੇ, ਪ੍ਰਧਾਨ ਜੀ ਆਪ ਸਾਹਮਣੇ ਨਹੀਂ ਆਏ, ਹੋਰ ਬੰਦੇ ਤੇ ਸੈਕੰਡ ਲਾਈਨ ਦੇ ਬੰਦੇ ਜਿਹੜੇ ਉਹ ਬਿਠਾ ਕੇ ਇੱਕ ਐਲਾਨ ਕਰਾਤਾ ਕਿ ਚਿੱਠੀ ਪਾ ਰਹੇ ਹਾਂ ਜੀ ਅਸੀਂ PTC ਨੂੰ। ਸੋ ਇਹ ਤਮਾਸ਼ਾ ਜਿਹੜਾ ਇਹਨਾਂ ਨੇ ਬਣਾਇਆ ਹੋਇਆ ਪੰਥ ਦਾ, ਇਹ ਕਿੰਨੀ ਦੇਰ ਚੱਲੇਗਾ? ਜਦੋਂ ਤੱਕ ਇਲੈਕਸ਼ਨ ਨਹੀਂ ਹੁੰਦੀ, ਪਬਲਿਕ ਨੂੰ ਇਹ ਰਾਈਟ ਨਹੀਂ ਮਿਲਦਾ ਕਿ ਉਹ ਆਪਣੇ ਨਵੇਂ ਨੁਮਾਇੰਦੇ ਚੁਣ ਸਕਣ। ਇਹ ਐਦਾਂ ਹੀ ਲੁੱਟ ਜਿਹੜੀ ਹੈ ਗੁਰੂ ਦੀ ਗੋਲਕ ਦੀ ਤੇ ਗੁਰੂ ਦੀ ਹੋਰ ਜਿਹੜੇ ਮਤਲਬ ਜਿੰਨਾ ਵੀ ਗੁਰੂ ਸਾਹਿਬ ਦਾ ਸਰਮਾਇਆ ਹੈਗਾ ਉਸ ਨੂੰ ਇਹ ਲੁੱਟਦੇ ਰਹਿਣਗੇ। ਠੀਕ ਹੈ ਮਾਝੀ ਸਾਹਿਬ, ਇਸ ਪੂਰੇ ਮਸਲੇ ਤੇ ਜਿਹੜੀ ਤੁਹਾਡੀ ਰਾਏ ਹੈ ਉਹ ਤਾਂ ਤੁਸੀਂ ਦੱਸਿਓ ਹੀ। ਪਹਿਲਾਂ ਮੇਰੇ ਇੱਕ ਸਵਾਲ ਦਾ ਜਵਾਬ ਜ਼ਰੂਰ ਦਿਓ ਕਿ ਸਿੱਖ ਮਰਿਆਦਾ ਰਵਾਇਤ ਕੀ ਕਹਿੰਦੀ ਹੈ ਵੀ ਜਦੋਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਕੋਈ ਫਰਮਾਨ ਜਾਰੀ ਕਰਨ, ਕੋਈ ਆਦੇਸ਼ ਜਾਰੀ ਕਰਨ ਸੰਸਥਾ ਨੂੰ ਕਿ ਤੁਸੀਂ ਇਹ ਕੰਮ ਕਰ ਲਓ ਤੇ ਸਾਲ ਪੈਣ ਤੇ ਵੀ ਉਹ ਕੰਮ ਨਾ ਹੋਵੇ, ਜਥੇਦਾਰ ਸਾਹਿਬ ਨੂੰ ਕੁਰਸੀ ਤੋਂ ਲਾਂਭੇ ਕਰ ਦਿੱਤਾ ਜਾਵੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੱਲ ਬੜੀ ਸਪਸ਼ਟ ਹੈ, ਜਿਵੇਂ ਬਾਕੀ ਵੀਰਾਂ ਨੇ ਗੱਲ ਕੀਤੀ ਹੈ। ਦੇਖੋ, ਜਿੱਥੋਂ ਤੱਕ ਜਥੇਦਾਰ ਵਾਲੀ ਗੱਲ ਹੈ, ਜਥੇਦਾਰ ਜਿਹੜਾ ਹੈਗਾ ਕਹਿਣ ਨੂੰ ਭਾਵੇਂ ਕੌਮ ਦਾ ਜਥੇਦਾਰ ਹੈ, ਪਰ ਅਸਲ ਅਰਥਾਂ ਵਿੱਚ ਉਹ SGPC ਦਾ ਇੱਕ ਮੁਲਾਜ਼ਮ ਹੁੰਦਾ, ਤਨਖਾਹਦਾਰ। ਉਸ ਤੋਂ ਵੀ ਜੇ ਆਪਾਂ ਅੱਗੇ ਗੱਲ ਕਰਨੀ ਹੋਵੇ, ਅੱਜ SGPC ਦੇ ਉੱਤੇ ਬਾਦਲ ਪਰਿਵਾਰ ਦਾ ਪੂਰਨ ਕਬਜ਼ਾ ਹੈਗਾ। ਇਹ ਕਹਿ ਲਓ ਕਿ ਬਾਦਲਾਂ ਦੀ ਵਫਾਦਾਰੀ ਜਿੰਨਾ ਚਿਰ ਕੋਈ ਨਿਭਾਉਂਦਾ ਰਹਿੰਦਾ ਉਹਨਾਂ ਸਮਾਂ ਉਹ ਜਥੇਦਾਰ ਬਣਿਆ ਰਹਿੰਦਾ ਹੈ। ਤੇ ਜਦੋਂ ਉਹ ਥੋੜਾ ਜਿਹਾ ਆਪਣੇ ਤੌਰ ਤੇ ਕੋਈ ਬਿਆਨ ਦੇਣ ਲੱਗਦਾ, ਨਾਲ ਦੀ ਨਾਲ ਉਹਨੂੰ ਬਦਲ ਦਿੱਤਾ ਜਾਂਦਾ ਹੈ। ਤਾਂ ਪਹਿਲੀ ਤਾਂ ਗੱਲ ਕੌਮ ਨੂੰ ਇਹ ਸਮਝਣੀ ਚਾਹੀਦੀ ਹੈ ਕਿ ਜਿਹੜਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਹੈ, ਅੱਜ ਦੀ ਡੇਟ ਦੇ ਵਿੱਚ ਉਹ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰ ਸਕਦਾ, ਕਿਉਂਕਿ ਉਹ ਇੱਕ ਪਰਿਵਾਰ ਦਾ ਚੁਣਿਆ ਹੋਇਆ ਹੈ। ਉਸ ਪਰਿਵਾਰ ਦੀ ਛਤਰ ਛਾਇਆ ਦੇ ਕਰਕੇ ਹੀ ਉਹਨੂੰ ਸਾਰੀਆਂ ਪਾਵਰ ਮਿਲੀਆਂ ਹੁੰਦੀਆਂ ਨੇ। ਤਾਂ ਦੂਜੀ ਗੱਲ ਜਿਹੜੀ ਹੋ ਰਹੀ ਹੈ ਗੁਰਬਾਣੀ ਦੀ, ਸ਼੍ਰੀ ਗੁਰੂ ਗ੍ਰੰਥ, ਪਹਿਲੀ ਬੇਨਤੀ ਤਾਂ ਇਹ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਗਾਇਨ ਹੋ ਰਿਹਾ ਹੈ। ਦੂਜਾ, ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਗਾਇਨ ਹੋ ਰਿਹਾ ਹੈ।
ਤੀਜਾ ਜਿਹੜੇ ਗਾਇਨ ਕਰਨ ਵਾਲੇ ਨੇ ਉਹ ਸਾਡੇ ਸਨਮਾਨਯੋਗ ਕੀਰਤਨੀਏ ਸਿੰਘ ਨੇ, ਗ੍ਰੰਥੀ ਸਿੰਘ ਨੇ। ਮੈਂ ਮਾਫੀ ਮੰਗ ਕੇ ਥੋੜਾ ਜਿਹਾ ਸਿੱਧੇ ਲਫ਼ਜ਼ਾਂ 'ਚ ਇਹ ਗੱਲ ਕਰਨੀ ਚਾਹੁੰਦਾ ਜੀ ਕਿ ਜਿਹੜਾ ਇੱਕ ਚੈਨਲ ਨੂੰ ਅਧਿਕਾਰ ਦੇਣਾ ਪੀਟੀਸੀ ਨੂੰ, ਇਹ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਕਿਹਾ ਜਾ ਸਕਦਾ, ਕਿਉਂਕਿ ਪਹਿਲੀ ਗੱਲ ਤਾਂ ਇਹ ਕਹਿੰਦੇ ਨੇ ਵੀ ਬੌਧਿਕ ਜਿਹੜੀ ਪ੍ਰਾਪਰਟੀ ਹੈ ਸਾਡੀ, ਧੁਰ ਕੀ ਬਾਣੀ ਨੂੰ ਬੌਧਿਕ ਪ੍ਰਾਪਰਟੀ ਕਹਿਣਾ ਗੁਰਬਾਣੀ ਦੀ ਬਹੁਤ ਵੱਡੀ ਤੋਹੀਨ ਹੈ। ਉਹ ਧੁਰ ਕੀ ਬਾਣੀ ਹੈ, ਕੋਈ ਪੀਟੀਸੀ ਦੀ ਸਕ੍ਰਿਪਟ ਨਹੀਂ ਹੈ ਜਿਹਨੂੰ ਇਹ ਬੌਧਿਕ ਪ੍ਰਾਪਰਟੀ ਕਹਿ ਰਹੇ ਹੈ। ਦੂਜੀ ਗੱਲ, ਜਿੱਥੇ ਕੀਰਤਨ ਹੋ ਰਿਹਾ ਉਹ ਸ਼੍ਰੀ ਦਰਬਾਰ ਸਾਹਿਬ ਹੈ, ਉਹ ਕੋਈ ਪੀਟੀਸੀ ਦਾ ਸਟੂਡੀਓ ਨਹੀਂ ਹੈ। ਤੀਜਾ, ਜਿਹੜੇ ਕੀਰਤਨੀਏ ਸਿੰਘ ਨੇ ਉਹ ਗੁਰੂ ਘਰ ਦੇ ਕੀਰਤਨੀਏ ਨੇ, ਗ੍ਰੰਥੀ ਸਿੰਘ ਨੇ, ਉਹ ਕੋਈ ਪੀਟੀਸੀ ਦੇ ਮੁਲਾਜ਼ਮ ਨਹੀਂ ਹਨ। ਇਸ ਲਈ ਕਿਸੇ ਇੱਕ ਚੈਨਲ ਨੂੰ ਗੁਰਬਾਣੀ ਦਾ ਇਸ ਤਰ੍ਹਾਂ ਹੱਕ ਬਿਲਕੁਲ ਵੀ ਜਾਇਜ਼ ਨਹੀਂ ਹੈ। ਇਹ ਕੌਮ ਬੜਾ ਲੰਮਾ ਸਮਾਂ ਸੁੱਤੀ ਰਹੀ ਇਸ ਮਸਲੇ ਦੇ ਉੱਤੇ, ਭਾਵੇਂ ਸਮੇਂ-ਸਮੇਂ ਤੇ ਵਿਦਵਾਨ ਸੱਜਣ ਵਿਚਾਰਾਂ ਦਿੰਦੇ ਰਹੇ, ਪਰ ਅੱਜ ਕੌਮ ਦੇ ਵਿੱਚ ਜਾਗਰਤੀ ਆਈ ਹੈ। ਇਹੀ ਕਾਰਨ ਹੈ ਕਿ ਇਹਨਾਂ ਸਾਰੇ ਜਿਹੜੇ ਬਾਦਲ ਜੁੰਡਲੀ ਹੈ ਉਹਨਾਂ ਨੂੰ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਵੀ ਦੱਸਣਾ ਚਾਹੁੰਦਾ ਬਾਦਲ ਕੇ ਸਾਰੇ ਟੱਬਰ ਨੂੰ ਔਰ ਐਜੀਪੀਸੀ ਦੇ ਮੌਜੂਦਾ ਪ੍ਰਬੰਧਕਾਂ ਨੂੰ ਕਿ ਜਦੋਂ ਪੰਜਾਬ ਸਰਕਾਰ ਨੇ ਗੁਰਦੁਆਰਾ ਐਕਟ ਦੇ ਵਿੱਚ ਸੋਧ ਜਾਂ ਨਵਾਂ ਗੁਰਦੁਆਰਾ ਸਾਹਿਬ ਦੇ ਐਕਟ ਦੇ ਵਿੱਚ ਸੋਧ ਕੀਤੀ ਜੀ, ਤਾਂ ਇਸ ਗੱਲ ਦੀ ਜਿਹੜੀ ਵਿਰੋਧਤਾ ਬਾਦਲ ਦਲੀਆਂ ਨੇ ਵੀ ਕੀਤੀ ਸੀਗੀ, ਪਰ ਉਸ ਵਿਰੋਧਤਾ ਦਾ ਕੋਈ ਅਸਰ ਨਹੀਂ ਸੀ ਪੈਂਦਾ ਕਿਉਂਕਿ ਉਹ ਤਾਂ ਇੱਕ ਬਹੁਤ ਬਦਨਾਮ ਹੋ ਚੁੱਕੀ ਧਿਰ ਹੈ। ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਮੈਂ ਐਂਟੀ ਬਾਦਲ ਹੋਣ ਦੇ ਬਾਵਜੂਦ ਜਾਂ ਹੋਰ ਵੀ ਜਿਹੜੇ ਬਹੁਤ ਸਾਰੇ ਸਿੱਖ ਨੇ ਐਂਟੀ ਬਾਦਲ ਨੇ, ਉਹਨਾਂ ਨੇ ਅਸੀਂ ਸਾਰਿਆਂ ਨੇ ਤੱਥ ਲੋਕਾਂ ਸਾਹਮਣੇ ਰੱਖੇ ਸੀਗੇ ਕਿ ਖਿਜਰਤ ਹਯਾਤ ਖਾਨ ਤੇ ਬਲਦੇਵ ਸਿੰਘ ਦੇ ਦਰਮਿਆਨ ਜਿਹੜਾ 1942 ਦੇ ਵਿੱਚ ਪੈਕਟ ਹੋਇਆ, ਜਾਂ ਨਹਿਰੂ ਤੇ ਮਾਸਟਰ ਤਾਰਾ ਸਿੰਘ ਪੈਕਟ ਜਿਹੜਾ 1959 ਦੇ ਵਿੱਚ ਹੋਇਆ, ਉਹਦੇ ਮੁਤਾਬਕ ਪੰਜਾਬ ਸਰਕਾਰ ਨੂੰ ਕੋਈ ਹੱਕ ਨਹੀਂ ਹੈ ਇਸ ਤਰ੍ਹਾਂ ਦੇ ਬਿੱਲ ਲਿਆਉਣ ਦਾ। ਅਸੀਂ ਇਹਦੇ ਸਖਤ ਖਿਲਾਫ ਹੈਗੇ ਆ। ਪਰ ਮੈਂ ਨਾਲ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਪੰਜਾਬ ਸਰਕਾਰ ਨੂੰ ਮੌਕਾ ਦਿੱਤਾ ਗਿਆ, ਆਪ ਸਰਕਾਰ ਨੂੰ, ਉਹ ਮੌਕਾ ਇਸੇ ਕਰਕੇ ਮਿਲਿਆ ਕਿਉਂਕਿ ਇਹਨਾਂ ਨੇ ਸਿਰਫ ਬਾਦਲ ਪਰਿਵਾਰ ਤੋਂ ਬਿਨਾਂ ਹੋਰ ਕਿਸੇ ਨੂੰ ਸੋਚਿਆ ਹੀ ਨਹੀਂ ਹੈਗਾ। ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨ ਦੀ ਥਾਂ ਤੇ ਸਿਰਫ ਇੱਕ ਪਰਿਵਾਰ ਦਾ ਸੋਚਿਆ ਹੈ। ਇਸੇ ਕਰਕੇ ਸਿੱਖਾਂ ਦਾ ਜਿਹੜਾ ਬਹੁਤ ਵੱਡਾ ਹਿੱਸਾ ਹੈ ਉਹਨੂੰ ਭਗਵੰਤ ਮਾਨ ਜੀ ਦੀ ਇਸ ਗੱਲੋਂ ਉਹ ਸਪੋਰਟ ਕਰ ਰਹੇ ਨੇ, ਭਾਵੇਂ ਕਿ ਮੈਂ ਅੱਜ ਵੀ ਸਿਧਾਂਤਕ ਤੌਰ ਤੇ ਇਸ ਗੱਲ ਤੇ ਖੜਾ ਕਿਉਂਕਿ ਜਿੰਨੇ ਵਾਰੀ ਵੀ ਸੋਧਾਂ ਹੋਈਆਂ ਨੇ ਇਸ ਐਕਟ ਦੇ ਵਿੱਚ, ਸਿੱਖ ਗੁਰਦੁਆਰਾ ਐਕਟ 1925 ਦੇ ਵਿੱਚ, ਉਹ ਐਜੀਪੀਸੀ ਦੇ ਕਹਿਣ ਤੇ ਹੋਈਆਂ ਨੇ। ਪਰ ਅੱਜ ਦੀ ਡੇਟ ਦੇ ਵਿੱਚ ਜਿਹੜੀ ਐਜੀਪੀਸੀ ਹੈ ਉਹ, ਕਿਉਂਕਿ ਉਹਦੀ ਟਰਮ ਤਾਂ ਦਸੰਬਰ 2012 ਦੇ ਵਿੱਚ ਪੂਰੀ ਹੋ ਚੁੱਕੀ ਹੈ, ਇਹਦੇ ਬਾਵਜੂਦ ਕਿਉਂਕਿ ਬੀਜੇਪੀ ਨਾਲ ਬਾਦਲਾਂ ਦੀ ਅਜੇ ਵੀ ਮੈਂ ਸਮਝਦਾ ਗਹਿਰੀ ਜਾਰੀ ਹੈ, ਇਸੇ ਕਰਕੇ ਅਜੇ ਇਲੈਕਸ਼ਨ ਨਹੀਂ ਹੋ ਰਹੇ ਤੇ ਉਹ ਲੋਕ ਜਿਹੜੇ ਨੇ ਮਨਮਾਨੀਆਂ ਕਰ ਰਹੇ ਨੇ ਤੇ ਗੁਰੂ ਕੀ ਗੋਲਕ ਦੀ ਨਜਾਇਜ਼ ਵਰਤੋਂ ਹੋ ਰਹੀ ਹੈ। ਇੱਕ ਪਰਿਵਾਰ ਨੂੰ ਸਭ ਕੁਝ ਲੁਟਾਇਆ ਜਾ ਰਿਹਾ ਹੈ ਤੇ ਪੂਰੀ ਦੁਨੀਆ ਵਿੱਚ ਵੱਸਦੇ ਹੋਏ ਸਿੱਖ ਤਰਾਹ ਕਰ ਰਹੇ ਨੇ। ਜੇ ਬਹੁਤ ਸਾਰੇ ਚੈਨਲ, ਮੈਂ ਤੁਹਾਡੇ ਚੈਨਲ ਦਾ ਜ਼ਿਕਰ ਕਰਨਾ ਚਾਹੁੰਦਾ ਸਪੋਕਸਮੈਨ ਦਾ, ਸਪੋਕਸਮੈਨ ਦੇ ਨਾਲ ਬਹੁਤ ਸਾਰੇ ਮਤਭੇਦ ਹੋ ਸਕਦੇ ਨੇ ਲੋਕਾਂ ਦੇ, ਪਰ ਜਦੋਂ ਵੀ ਕਿਤੇ ਪੰਥ ਨੂੰ ਲੋੜ ਪਈ ਹੈ, ਭਾਵੇਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਜਿਹੜੀ ਫਾਂਸੀ ਹੈ ਉਹ ਉਮਰ ਕੈਦ 'ਚ ਤਬਦੀਲ ਕਰਨੀ ਹੋਵੇ, ਉਸ ਲਹਿਰ ਨੂੰ ਤੁਸੀਂ ਪੜ੍ਹ ਕੇ ਵੇਖ ਲਓ, ਭਾਈ ਰਾਜੋਆਣਿਆਂ ਦੀ ਫਾਂਸੀ ਨੂੰ ਰੱਦ ਕਰਾਉਣ ਦੀ ਗੱਲ ਹੋਵੇ ਜਾਂ ਬੇਅਦਬੀ ਦਾ ਮਸਲਾ ਹੋਵੇ, ਬੰਦੀ ਸਿੰਘਾਂ ਦਾ ਮਸਲਾ ਹੋਵੇ, ਉਹ ਸਪੋਕਸਮੈਨ ਨੇ ਬੜੇ ਸੁਚੱਜੇ ਢੰਗ ਨਾਲ ਉਠਾਇਆ। ਪਰ ਇਹ ਅਖੌਤੀ ਜਥੇਦਾਰਾਂ ਨੇ ਤਾਂ ਸਰਦਾਰ ਜੋਗਿੰਦਰ ਸਿੰਘ ਦੇ ਖਿਲਾਫ ਵੀ ਹੁਕਮਨਾਮਾ ਦੇ ਦਿੱਤਾ। ਬੜੀ ਮਜ਼ੇ ਦੀ ਗੱਲ ਇਹ ਹੈ ਕਿ ਇੱਕ ਪਾਸੇ ਇਹ ਹੁਕਮਨਾਮਾ ਦਿੰਦੇ ਆ, ਦੂਜੇ ਪਾਸੇ ਬਾਦਲ ਦੇ ਕਿੰਨੇ ਲੀਡਰ ਨੇ ਜਿਹੜੇ ਤੁਹਾਡੇ ਕੋਲ ਆ ਕੇ ਸਪੋਕਸਮੈਨ ਕੋਲ ਇੰਟਰਵਿਊਆਂ ਵੀ ਕਰਦੇ ਆ। ਸੋ ਇਹ ਆਪਣੇ ਆਪ ਦੇ ਵਿੱਚ ਇਹਨਾਂ ਦਾ ਦੋਗਲਾਪਨ ਹੈਗਾ। ਤਾਂ ਹੁਣ ਵੀ ਇਹ ਪਿੱਛੇ ਜੇ ਇਹਨਾਂ ਦਾ ਇੱਕ ਲੀਡਰ ਵਿਰਸਾ ਸਿੰਘ ਬਲਟੋਹਾ ਕਹਿ ਰਿਹਾ ਸੀ ਕਿ ਸਪੋਕਸਮੈਨ ਨੂੰ ਇੰਟਰਵਿਊਆਂ ਦੇਣ ਕਰਕੇ ਸਾਰਿਆਂ ਨੂੰ ਸਜ਼ਾ ਲੱਗਣੀ ਚਾਹੀਦੀ ਹੈ, ਇਹ ਹੋਣਾ ਚਾਹੀਦਾ, ਉਹ ਹੋਣਾ ਚਾਹੀਦਾ। ਸੋ ਇਹ ਬੜੀ ਘਟੀਆ ਗੱਲਾਂ ਕਰਦੇ ਨੇ, ਪਰ ਕੌਮ ਬਹੁਤ ਜ਼ਿਆਦਾ ਜਾਗਰੂਕ ਹੈ। ਇਹਨਾਂ ਦੇ ਕਿੱਡੀ ਵੱਡੀ ਚਪੇੜ ਹੈ ਇਹ ਸਾਰੇ ਜਾਗਦੇ ਸਿੱਖਾਂ ਵੱਲੋਂ ਕਿ ਜਿਹੜੇ ਅਖਬਾਰ ਦੇ ਖਿਲਾਫ ਇਹ ਹੁਕਮਨਾਮਾ ਕਰਦੇ ਨੇ, ਅਖਬਾਰ ਉਹ ਸਾਰੇ ਲੋਕ ਵੱਡੇ ਪੱਧਰ ਤੇ ਪੜ੍ਹ ਰਹੇ ਨੇ। ਸੋ ਇਸ ਕਰਕੇ ਜਿਹੜਾ ਹੈ ਪੀਟੀਸੀ ਨੂੰ ਅੱਜ ਅਧਿਕਾਰ ਦੇ ਰਹੇ ਨੇ, ਇਹ ਬਹੁਤ ਖਤਰਨਾਕ ਗੱਲ ਹੈ। ਤੇ ਮੈਂ ਇੱਕ ਪੰਕਤੀ ਮੈਨੂੰ ਯਾਦ ਆ ਰਹੀ ਹੈ ਧਾਲੀਵਾਲ ਸਾਹਿਬ, ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਫੈਸਲਾ ਹੈ
ਜਿਸ ਨੂੰ ਆਪ ਖੁਆਏ ਕਰਤਾ ਖੁਸ ਲਏ ਚੰਗਿਆਈ, ਕਿ ਜਿਸ ਨੂੰ ਵਾਹਿਗੁਰੂ ਨੇ ਆਪ ਹੀ ਖੁਆਰ ਕਰਨਾ ਹੁੰਦਾ ਹੈ ਨਾ, ਉਹਦੇ ਤੋਂ ਚੰਗਿਆਈ ਖੋਹ ਲੈਂਦਾ ਹੈ। ਮੈਨੂੰ ਲੱਗਦਾ ਇਹਨਾਂ ਦੀ ਜਿਹੜੀ ਬਚਦੀ ਖੁਚਦੀ ਮਾੜੀ ਮੋਟੀ ਸਾਖ ਹੈ ਉਹ ਵੀ ਬਿਲਕੁਲ ਤਬਾਹ ਹੋਣੀ ਹੈ, ਖਤਮ ਹੋਣੀ ਹੈ। ਇਸੇ ਕਰਕੇ ਇਹ ਇਸ ਘਟੀਆ ਕਿਸਮ ਦੀਆਂ ਹਰਕਤਾਂ ਤੇ ਉਤਰ ਆਏ ਨੇ। ਜੇ ਗਿਆਨੀ ਹਰਪ੍ਰੀਤ ਸਿੰਘ ਨੇ 1 ਸਾਲ ਪਹਿਲਾਂ ਕਹਿ ਦਿੱਤਾ ਸੀ ਕਿ ਤੁਸੀਂ ਆਪਣਾ ਚੈਨਲ ਹੈ ਜਿਹੜਾ ਐਜੀਪੀਸੀ ਚਲਾਵੇ, ਮੈਂ ਇਹ ਸਾਂਝੀ ਕਰਦਾ, ਸੌਦਾ ਸਾਧ ਕਿੱਡੀ ਕੁ ਵੱਡੀ ਹਸਤੀ ਹੈ, ਪਰ ਉਹ ਆਪਣਾ ਰੋਜ਼ਾਨਾ ਦਾ ਅਖਬਾਰ ਕੱਢ ਰਿਹਾ ਹੈ। ਐਜੀਪੀਸੀ ਅਜੇ ਤੱਕ ਨਾ ਕੋਈ ਅਖਬਾਰ ਨਾ ਕੋਈ ਚੈਨਲ, ਕਿਉਂਕਿ ਇਹਨਾਂ ਨੂੰ ਬਾਦਲ ਪਰਿਵਾਰ ਤੋਂ ਬਿਨਾਂ ਦਿਖਦੇ ਹੀ ਕੁਝ ਨਹੀਂ। ਇਹੀ ਕਾਰਨ ਹੈ ਕਿ ਐਜੀਪੀਸੀ ਜਿਹੜਾ ਨਜਾਇਜ਼ ਕੰਮ ਕਰ ਰਹੀ ਹੈ। ਸਾਰੇ ਇਸੇ ਕਰਕੇ ਪੰਜਾਬ ਦੇ ਵਿੱਚ ਡੇਰਾਵਾਦ ਹੈ, ਧਰਮ ਪਰਿਵਰਤਨ ਹੈ, ਨਸ਼ੇ ਨੇ, ਹੋਰ ਸਾਰੀਆਂ ਸਮੱਸਿਆਵਾਂ ਨੇ। ਕਿਉਂਕਿ ਨਹੀਂ ਤਾਂ ਜੇ ਐਜੀਪੀਸੀ ਵਾਲੇ ਸੁਚੱਜਾ ਕੰਮ ਕਰਨ, ਮੈਂ ਕਹਿੰਦਾ ਸਿੱਖੀ ਦੀਆਂ ਦਿਨਾਂ ਵਿੱਚ ਲਹਿਰਾਂ ਬਹਿਰਾਂ ਹੋ ਸਕਦੀਆਂ ਨੇ। ਜਿੱਡਾ ਵੱਡਾ ਸਾਡੇ ਕੋਲੇ ਢਾਂਚਾ ਹੈ, ਸਾਡੇ ਕੋਲੇ ਜਿੰਨੇ ਸਾਧਨ ਨੇ, ਗੁਰੂ ਦੀ ਬਖਸ਼ਿਸ਼ ਨਾਲ ਪੰਜਾਬ ਵਰਗੀ ਧਰਤੀ ਦੇ ਉੱਤੇ ਕੋਈ ਦੇਹਧਾਰੀ ਆ ਕੇ ਆਪਣੇ ਪੈਰ ਜਮਾ ਲਵੇ, ਇਹ ਹੋ ਨਹੀਂ ਸਕਦਾ। ਪਰ ਇਹ ਇਸੇ ਕਰਕੇ ਹੋ ਰਿਹਾ ਕਿਉਂਕਿ ਐਜੀਪੀਸੀ ਜਿਹੜੀ ਪੰਥ ਦੀ ਥਾਂ ਤੇ ਇੱਕ ਪਰਿਵਾਰ ਨੂੰ ਸਮਰਪਿਤ ਹੋ ਚੁੱਕੀ ਹੈ। ਜੀ ਮਾਜੀ ਸਾਹਿਬ, ਮੈਂ ਅਗਲੀ ਗੱਲ ਸਿੰਘੇੜਾ ਸਾਹਿਬ ਤੋਂ ਪੁੱਛਣੀ ਚਾਹੁੰਦਾ ਵੀ ਥੋੜਾ ਜਿਹਾ ਵੀ ਇਸ ਵਿਚਾਰ ਨੂੰ ਅਗਾਂਹ ਤੋਰੀਏ। ਸਿੰਘੇੜਾ ਸਾਹਿਬ, ਗੱਲ ਇਹ ਹੈ ਵੀ ਕਈ ਵਿਚਾਰਾਂ ਹੋਈਆਂ, ਕਈ ਗੋਸ਼ਟੀਆਂ ਹੋਈਆਂ, ਚੈਨਲ ਤੋਂ ਅੱਗੇ ਪਿੱਛੇ ਵੀ ਹੋਈਆਂ, ਕਈ ਲੋਕਾਂ ਦੇ ਇਕੱਠ ਹੋਏ, ਉਹਦੇ ਵਿੱਚ ਇਹ ਗੱਲ ਤੋਰੀ ਕਿ ਤੁਸੀਂ ਜੋ ਮਰਜ਼ੀ ਕਰ ਲਓ, ਜਦੋਂ ਤੱਕ ਇਹ ਸਾਰਾ ਪ੍ਰਬੰਧ ਨਹੀਂ ਬਦਲਿਆ ਜਾਵੇਗਾ। ਕਹਿਣ ਤੋਂ ਭਾਵ ਜੇਕਰ ਨਵੇਂ ਸਿਰੇ ਤੋਂ ਐਸਜੀਪੀਸੀ ਦੀ ਚੋਣ ਨਹੀਂ ਹੁੰਦੀ, ਉਦੋਂ ਤੱਕ ਇਹ ਸਾਰੀ ਮੋਨੋਪੋਲੀ ਨਾ ਕੇਵਲ ਗੁਰਬਾਣੀ ਪ੍ਰਸਾਰਣ ਦੀ ਬਲਕਿ ਹੋਰ ਫੈਸਲੇ ਲੈਣ ਦੀ, ਚਾਹੇ ਉਹ ਕਮੇਟੀ ਦੇ ਪ੍ਰਧਾਨ ਦੇ ਫੈਸਲੇ ਦੀ, ਐਗਜ਼ੈਕਟਿਵ ਬਾਡੀ ਦੀ, ਹੋਰ ਸਾਰੇ ਇਹ ਜਿਹੜੇ ਹੈ ਸਿਰਫ ਇੱਕ ਪਾਰਟਿਕੂਲਰ ਫੈਮਿਲੀ ਲਈ ਹੁੰਦੇ ਰਹਿਣਗੇ। ਚੋਣ ਹੋਣੀ ਜ਼ਰੂਰੀ ਹੈ ਜਿਹਦੇ ਵਿੱਚ ਪੰਜਾਬ ਸਰਕਾਰ ਦੀ ਜਿਹੜੀ ਪ੍ਰੈਸ਼ਰ ਬਿਲਟ ਕਰਨ ਦੀ ਪਾਲਿਸੀ ਜਿਹੜੀ ਕੇਂਦਰ ਦੇ ਉੱਤੇ, ਉਹ ਕਾਫੀ ਕਾਰਗਰ ਸਿੱਧ ਹੋਏਗੀ ਕਿ ਲਿਖ ਕੇ ਮੁੜ ਦਿੱਤਾ ਜਾਵੇ ਵੀ 12 ਸਾਲ ਹੋ ਗਿਆ ਇਲੈਕਸ਼ਨ ਨਹੀਂ ਹੋਈ ਤੇ ਇਲੈਕਸ਼ਨ ਕਰਾਈ ਜਾਵੇ। ਧਾਲੀਵਾਲ ਸਾਹਿਬ, ਤੁਹਾਡੀ ਇਹ ਗੱਲ ਬਹੁਤ ਹੀ ਵਧੀਆ ਗੱਲ ਹੈ। ਬਹੁਤ ਵੱਡੀ ਅਨੋਮਲੀ ਹੈ, ਬਹੁਤ ਵੱਡੀ ਤਰੁਟੀ ਹੈ ਕਿ 2012 ਦੀ ਮਿਆਦ ਖਤਮ ਹੋਈ ਆ। ਅਸੀਂ ਹਮੇਸ਼ਾ ਹੀ ਮਾਣ ਕਰਦੇ ਆ, ਮੈਂ ਹਮੇਸ਼ਾ ਹੀ ਕਹਿੰਦਾ ਆ ਵਿਰੋਧ ਦੇ ਬਾਵਜੂਦ, ਲੱਖ ਤਰੁੱਟੀਆਂ ਦੇ ਬਾਵਜੂਦ, ਕਿ ਐਸਜੀਪੀਸੀ ਸਾਡੀ ਸਿੱਖਾਂ ਦੀ ਸਭ ਤੋਂ ਵੱਡੀ ਜਮਹੂਰੀ ਤੌਰ ਤੇ ਚੁਣੀ ਹੋਈ ਸੰਸਥਾ ਹੈ। ਤੇ ਜਮਹੂਰੀਅਤ ਫਿਰ ਕਿੱਥੇ ਰਹਿ ਗਈ ਜਦੋਂ ਇੱਕ ਸਿਆਸੀ ਪਾਰਟੀ ਨੇ ਉੱਤੇ ਕਬਜ਼ਾ ਕਰ ਲਿਆ ਤੇ ਰਲ ਮਿਲ ਕੇ ਉਹਦੀ ਇਲੈਕਸ਼ਨ ਹੀ ਨਹੀਂ ਕਰਵਾਈ ਜਾ ਰਹੀ। ਇਹ ਮੈਂ ਇਸ ਗੱਲ ਨਾਲ ਤੁਹਾਡੇ ਨਾਲ ਸਹਿਮਤ ਹਾਂ। ਮੈਂ ਵਾਪਸ ਦੂਜੀ ਗੱਲ ਤੇ ਆ ਰਿਹਾ, ਕਰੇਗੀ ਪੰਜਾਬ ਸਰਕਾਰ ਇਸ ਪਾਸੇ ਧਿਆਨ ਦੇਗੀ। ਮੈਂ ਦੂਸਰੀ ਗੱਲ ਤੇ ਇੱਕ ਤੇ ਆ ਰਿਹਾ। ਉਸ ਤੋਂ ਪਹਿਲਾਂ ਮੈਂ ਇੱਕ ਸਿੰਪਲ ਜੀ ਗੱਲ ਸੁਣਾਉਣੀ ਚਾਹੁੰਦਾ ਆ, ਭਾਵੇਂ ਉਹਦਾ ਇਸ ਗੱਲ ਨਾਲ ਤਾਲੁਕ ਨਹੀਂ ਹੈਗਾ ਸਿੱਧਾ, ਪਰ ਉਹ ਇੰਪੋਰਟੈਂਟ ਬਹੁਤ ਹੈ। ਤੁਸੀਂ ਉਦੋਂ ਬਹੁਤ ਛੋਟੇ ਹੋਵੋਗੇ ਜਾਂ ਪੈਦਾ ਨਹੀਂ ਹੋਏ ਹੋਣੇ, ਬਾਕੀ ਮੁੰਡੇ ਵੀ, ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਬਾਕੀ ਸੰਸਥਾਵਾਂ ਨੇ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਨੇ ਮੋਰਚਾ ਲਾਇਆ ਸੀ ਤੇ ਉਹਦੇ 'ਚ ਇੱਕ ਮੰਗ ਸੀਗੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣਾ ਰੇਡੀਓ ਸਥਾਪਿਤ ਕਰਨ ਦੀ ਆਗਿਆ ਦਿੱਤੀ ਜਾਵੇ ਦਰਬਾਰ ਸਾਹਿਬ ਵਿੱਚ, ਜਿੱਥੋਂ ਨਿਰਵਿਘਨ ਗੁਰਬਾਣੀ ਦਾ ਪ੍ਰਚਾਰ ਕੀਤਾ ਜਾ ਸਕੇ। ਉਸ ਮੂਵਮੈਂਟ ਨੂੰ ਕਾਂਗਰਸ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਉੱਪਰਲੀ ਨਰਮ ਲੀਡਰਸ਼ਿਪ ਜਿਹਨੂੰ ਉਦੋਂ ਕਹਿੰਦੇ ਸੀਗੇ ਬਾਦਲ ਸਾਹਿਬ ਵਰਗੇ, ਇਹਨਾਂ ਨੇ ਮੁੰਡਿਆਂ ਨੂੰ ਭੜਕਾ ਕੇ ਮੋਹਰੇ ਕਰਤਾ, ਆਪ ਪਿੱਛੇ ਸਿਆਸਤ ਕਰਦੇ ਰਹੇ। ਐਡਾ ਵੱਡਾ ਖਾਲਿਸਤਾਨ ਦੀ ਗੱਲ ਉਹਨਾਂ ਦੇ ਮੂੰਹ 'ਚ ਪਾਤੀ, ਇੰਨਾ ਪੰਜਾਬ ਦਾ ਨੁਕਸਾਨ ਹੋ ਗਿਆ। ਉਸ ਤੋਂ ਬਾਅਦ ਮੈਂ ਸਿੱਧਾ ਹੀ ਇਸ ਗੱਲ ਤੇ ਆ ਜਾਣਾ ਕਿ ਹੌਲੀ ਹੌਲੀ ਟੈਕਨੋਲੋਜੀ ਦਾ ਇੰਨਾ ਰੈਵੋਲੂਸ਼ਨ ਆਇਆ ਕਿ ਹਾਲਾਤ ਇਦਾਂ ਦੇ ਬਣ ਗਏ ਆ ਵੀ ਜਿਹੜਾ ਮਰਜ਼ੀ ਟੀਵੀ ਸਟੇਸ਼ਨ ਵੀ ਆਪਣਾ ਚਲਾ ਲਓ, ਜਿਹੜਾ ਮਰਜ਼ੀ ਚੈਨਲ ਆਪਣਾ ਚਲਾ ਲਓ, ਚਾਹੇ ਘਰੋਂ ਚਲਾ ਲਓ, ਚਾਹੇ ਗੁਰਦੁਆਰਾ ਸਾਹਿਬ ਦੇ ਵਿੱਚ ਸਥਾਪਿਤ ਕਰ ਲਓ। ਔਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀਆਂ ਹਦਾਇਤਾਂ ਦੇ ਬਾਵਜੂਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਜੇ ਤੱਕ ਕਹਿ ਰਹੀ ਹੈ ਸਾਡੇ ਕੋਲੋਂ ਚੈਨਲ ਨਹੀਂ ਬਣਿਆ, ਜੇ ਅਸੀਂ ਕਰਾਂਗੇ। ਇਹ ਜਾਣਬੁੱਝ ਕੇ ਸਾਰਾ ਕੁਝ ਕੀਤਾ ਜਾ ਰਿਹਾ ਹੈ, ਜਿਹੜੀ ਬੜੇ ਦੁੱਖ ਦੀ ਗੱਲ ਹੈ। ਮੁੜ ਘਿਰ ਕੇ ਉਸੇ ਪਰਿਵਾਰ ਦੇ ਕੋਲ ਜਿਹੜੀ ਆ ਇੱਕ ਬੁਲਾਰੇ ਨੇ ਗੱਲ ਦੱਸੀ ਹੈ, ਮੈਨੂੰ ਬੜਾ ਸੁਣ ਕੇ ਦੁੱਖ ਹੋਇਆ, ਜਿਹੜਾ ਉਹਨੇ 9 ਫੇਜ਼ ਵਾਲੀ ਕੋਠੀ, 9 ਸੈਕਟਰ ਵਾਲੀ ਕੋਠੀ ਦੀ ਗੱਲ ਕੀਤੀ ਹੈ। ਪ੍ਰੋਬੇਬਲੀ ਉਹ ਇਹੀ ਕਹਿ ਰਹੇ ਸੀ ਕਿ ਬਾਦਲ ਸਾਹਿਬ ਦੀ ਕੋਠੀ ਹੈ। ਇਹ ਬਹੁਤ ਦੇਖੋ ਬਹੁਤ ਵੱਡੀ ਗੱਲ ਹੈ ਕਿ ਜਿਹੜੀ YouTube ਇਹ ਕਹਿ ਰਿਹਾ ਸੀ ਆਪਣਾ ਚੈਨਲ ਚਲਾਤਾ। ਅਸੀਂ ਤਾਂ ਸਵੇਰ ਦੇ ਇਹ ਕਹੀ ਜਾਂਦੇ ਆ ਤੇ ਠੀਕ ਆ ਤੁਸੀਂ ਚੈਨਲ ਤਾਂ ਚਲਾਤਾ, ਪਰ ਉਹ ਵੀ ਤੁਸੀਂ PTC ਨੂੰ ਦੇਈ ਜਾਂਦੇ ਹੋ, ਉਹ ਤਾਂ ਨਾ ਦਿਓ। ਮਤਲਬ ਮੈਨੂੰ ਤਾਂ ਪਤਾ ਹੀ ਨਹੀਂ ਸੀ ਇਸ ਗੱਲ ਦਾ ਕਿ ਉਹ ਚੈਨਲ ਵੀ ਉਹਨਾਂ ਦਾ ਹੀ ਹੈ,
YouTube ਚੈਨਲ ਵੀ। ਔਰ ਮੈਂ ਤੁਹਾਨੂੰ ਨਾਲ ਇੱਕ ਹੋਰ ਵੀ ਦੱਸ ਰਿਹਾ ਹਾਂ, 3600 ਇਹ ਸਾਰੇ ਸਵਾਲ ਪੁੱਛ ਰਹੇ ਸੀ ਜਦੋਂ ਡਿਬੇਟਸ ਵਿੱਚ ਵੀ, ਉਦਾਂ ਵੀ ਦੋਸ਼ ਲਾ ਰਹੇ ਸੀਗੇ ਮੁੱਖ ਮੰਤਰੀ ਸਾਹਿਬ ਤੇ ਵੀ, ਸਾਡੇ ਨਾਲ ਬੁਲਾਰਿਆਂ ਨਾਲ ਵੀ ਬਹਿਸ ਕਰਦੇ ਸੀਗੇ। ਅਸੀਂ ਕਿਹਾ ਸੀ ਨਿਰਧਾਰਿਤ ਕਰੇਗੀ ਐਸਜੀਪੀਸੀ ਨੇ ਲਾਗੂ ਕਰਨਾ ਸਾਰਾ ਕੁਝ, ਮਰਿਆਦਾ ਦੌਰਾਨ ਅੱਧਾ ਘੰਟਾ ਪਹਿਲਾਂ ਐਡ ਨਹੀਂ ਚੱਲੇਗੀ, ਅੱਧਾ ਘੰਟਾ ਬਾਅਦ ਐਡ ਨਹੀਂ ਚੱਲੇਗੀ, ਡਿਊਰਿੰਗ ਦਾ ਪ੍ਰਸਾਰਣ ਐਡ ਨਹੀਂ ਚੱਲੇਗੀ, ਜਿਹਨੂੰ ਇਹ ਸ਼ਰਤਾਂ ਮਨਜ਼ੂਰ ਹੋਣਗੀਆਂ ਉਹ ਹੀ ਪ੍ਰਚਾਰ ਕਰੇਗਾ। ਹੁਣ ਜਿਹੜੀ YouTube ਤੇ ਚੈਨਲ ਚੱਲ ਰਹੀ ਹੈ ਨਾ ਇਹ ਧਾਲੀਵਾਲ ਸਾਹਿਬ, ਉਹਦੇ ਤੇ ਐਡ ਚੱਲ ਰਹੀ ਹੈ। ਐਡ ਕਿਹੜੀ ਚੱਲ ਰਹੀ ਆ ਮੈਂ ਤੁਹਾਨੂੰ ਦਿਖਾ ਦਿੰਦਾ ਆ। ਉਹਦੇ ਤੇ ਮੈਂ ਤੁਹਾਨੂੰ ਹੁਣੇ ਦਿਖਾ ਦਿੰਦਾ, ਉਹਦੇ ਤੇ ਐਡ ਚੱਲ ਰਹੀ ਆ ਪੀਟੀਸੀ ਦੀ। ਇਹ ਦੇਖ ਲਓ ਤੁਸੀਂ, ਸ਼ਾਇਦ ਮੇਰੇ ਕੈਮਰੇ ਸਾਹਮਣੇ ਕਰ ਦਿਓ। ਹਾਂਜੀ ਮਾੜਾ ਜਿਹਾ ਇਹ ਮਤਲਬ ਮੈਂ ਪੜ੍ਹ ਕੇ ਸੁਣਾ ਦਿੰਦਾ ਆ। ਚੰਨ ਤਾਰਾ ਪੀਟੀਸੀ ਪ੍ਰੀਮੀਅਰ ਚੰਨ ਤਾਰਾ, ਅੱਗੇ ਆਹ ਜਿਹੜੀ ਫੋਟੋ ਤੁਸੀਂ ਦੇਖ ਲਓ ਜੀ। ਹਾਂਜੀ, ਤੇ ਇਧਰਲੇ ਪਾਸੇ ਮਤਲਬ ਦੇਖੋ ਕੀ ਕਰ ਰਹੇ ਨੇ। ਇਹਦਾ ਮਤਲਬ ਇਹਨਾਂ ਨੂੰ ਬਿਲਕੁਲ ਹੀ ਰਿਸਪੈਕਟ ਨਹੀਂ ਹੈ। ਸਰਬ ਸਾਂਝੀ ਗੁਰਬਾਣੀ ਜਿਹਦੇ ਪਿੱਛੇ ਸੰਗਤ ਜਿਹੜੀ ਆ, ਤੁਹਾਡੇ ਮੇਰੇ ਵਰਗੇ ਲੋਕ ਵੀ ਆਪਾਂ ਜਾਨ ਦੇਣ ਤੱਕ ਤਿਆਰ ਹੋ ਜੰਨੇ ਆ। ਸਰਬ ਸਾਂਝੀ ਗੁਰਬਾਣੀ ਹੈ, ਗੁਰੂ ਨਾਨਕ ਦੇਵ ਜੀ ਦੀ ਲਿਖੀ ਹੋਈ ਹੈ, ਭਗਤਾਂ ਦੀ ਲਿਖੀ ਹੋਈ ਹੈ, ਸਾਰਿਆਂ ਲਈ ਹੈ, ਸਾਰਿਆਂ ਲਈ ਫ੍ਰੀ ਹੋਣੀ ਚਾਹੀਦੀ ਹੈ, ਸਾਰਿਆਂ ਨੂੰ ਪ੍ਰਸਾਰਣ ਦਾ ਹੱਕ ਹੋਣਾ ਚਾਹੀਦਾ। ਤੇ ਫਿਰ ਇਹ YouTube ਵੀ ਉਹ ਵੀ ਉਹਨਾਂ ਦੀ, ਤੇ ਨਾਲ YouTube ਵੀ ਉਹਨਾਂ ਨੂੰ ਹੀ ਕਹਿਤਾ ਵੀ ਤੁਸੀਂ ਪ੍ਰਸਾਰਣ ਕਰੋ, ਬਾਕੀ ਚੈਨਲ ਕਿਉਂ ਨਹੀਂ ਹੈ। ਮੈਂ ਇਹਦੇ ਤੋਂ ਵੱਧ ਹੋਰ ਕੁਝ ਨਹੀਂ ਬੋਲ ਸਕਦਾ। ਮੈਂ ਤੁਹਾਨੂੰ ਦੇਖੋ ਸਾਰਾ ਕੁਝ ਹੀ ਇੱਕ ਤਰ੍ਹਾਂ ਨਾਲ ਕਬਜ਼ਾ ਕੀਤਾ ਹੋਇਆ। ਜਿਹੜਾ ਤੁਸੀਂ ਇੱਕ ਸਵਾਲ ਹੋਰ ਪੁੱਛਿਆ ਸੀ, ਬੁਲਾਰਿਆਂ ਨੇ ਵੀ ਜਵਾਬ ਦਿੱਤੇ ਆ। ਵਪਾਰ ਵੀ ਤੇ ਸਿਆਸਤ ਵੀ, ਤੇ ਸਿਆਸਤ ਵੀ ਵਪਾਰ ਹੀ ਆ ਇਹਨਾਂ ਦਾ। ਬੱਸਾਂ ਬੁੱਸਾਂ ਬਾਅਦ ਚ ਪਾਈਆਂ, ਬਾਕੀ ਸਾਰੇ ਕੁਝ ਬਾਅਦ ਚ ਹੋਏ ਆ, ਸਿਆਸਤ ਚੋਂ ਹੀ ਆਇਆ ਸਾਰਾ ਕੁਝ। ਹੁਣ ਵਪਾਰ ਵੀ ਪੈਸੇ ਦਿੰਦਾ ਹੋਊਗਾ। ਹੀ ਇਜ਼ ਅ ਗੁੱਡ ਮੈਨੇਜਰ। ਸੁਖਬੀਰ ਬਾਦਲ ਸਾਹਿਬ ਬਹੁਤ ਵੱਡੇ ਮੈਨੇਜਰ ਨੇ, ਉਹਨਾਂ ਨੂੰ ਪਤਾ ਹੈ ਕਿੱਦਾਂ ਐਜ਼ ਏ CEO ਕਿੱਦਾਂ ਚੀਜ਼ ਚਲਾਉਣੀ ਹੈ, ਕੋਈ ਮਲਟੀਨੈਸ਼ਨਲ ਕੰਪਨੀ ਕਿੱਦਾਂ ਚਲਾਉਣੀ ਹੈ। ਪਰ ਇਹਨਾਂ ਦਾ ਸਿਆਸਤ ਵੀ ਵਪਾਰ ਹੀ ਆ, ਪਰ ਇਹ ਧਰਮ ਨੂੰ ਵੀ ਵਪਾਰ ਬਣਾ ਲਿਆ ਇਹਨਾਂ ਨੇ, ਵਿਚ ਇਜ਼ ਵੈਰੀ ਬੈਡ। ਬਹੁਤ ਦੁੱਖ ਦੀ ਗੱਲ ਹੈ। ਮੈਂ ਜ਼ਿਆਦਾ ਨਹੀਂ ਇਸ ਤੋਂ ਵੱਧ ਕੁਝ ਕਹਿਣਾ ਚਾਹੁੰਦਾ, ਪਰ ਬੇਨਤੀ ਕਰਦਾ ਇਹਨਾਂ ਨੂੰ, ਸਣੇ ਸ਼੍ਰੋਮਣੀ ਅਕਾਲੀ ਦੇ ਆਗੂਆਂ ਨੂੰ, ਸਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਨੂੰ। ਮਾਝੀ ਸਾਹਿਬ ਨੇ ਕਹਿਤਾ ਠੀਕ ਹੈ, ਰਾਏ ਨਹੀਂ ਲਈ। ਮਾਝੀ ਸਾਹਿਬ ਜੋ ਵੀ ਗੱਲ ਹੈ ਉਹ ਸਿਰ ਮੱਥੇ ਤੇ, ਲੇਕਿਨ ਪੰਜਾਬ ਸਰਕਾਰ ਨੇ ਪ੍ਰੋਵੀਜ਼ਨ ਕੀਤੀ ਹੈ, ਐਕਟ ਦੇ ਵਿੱਚ ਪ੍ਰੋਵੀਜ਼ਨ ਕੀਤੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਕਰੂਗੀ, ਪਰ ਇਹਦੀ ਪ੍ਰੋਵੀਜ਼ਨ ਕਰਤੀ ਕਿ ਫ੍ਰੀ ਫਾਰ ਆਲ ਇਹਦਾ ਗੁਰਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਜਿਹੜਾ ਆ ਫ੍ਰੀ ਹੋਣਾ ਚਾਹੀਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਾਇਦਾ ਹੀ ਨਹੀਂ ਉਠਾ ਰਹੀ। ਇਹ ਬਾਦਲਾਂ ਦੇ ਚੁੰਗਲ ਚੋਂ ਨਿਕਲ ਸਕਦੇ ਨੇ, ਇਹ ਬਾਦਲਾਂ ਦੇ ਚੁੰਗਲ ਚੋਂ ਨਿਕਲ ਸਕਦੇ ਨੇ ਜੇ ਡਿਟਰਮੀਨੇਸ਼ਨ ਹੋਵੇ, ਪਰ ਇਹ ਉੱਥੋਂ ਹੀ ਤਾਂ ਪੁੱਛਣ ਜਾਂਦੇ ਸਰ ਜੀ ਅਸੀਂ ਹੁਣ ਕੀ ਕਰੀਏ। ਬਹੁਤ ਮਾੜੀ ਘੜੀ ਚੋਂ ਗੁਜ਼ਰ ਰਹੇ ਹਾਂ, ਬਹੁਤ ਸੰਕਟ ਚੋਂ ਗੁਜ਼ਰ ਰਹੇ ਹਾਂ ਆਪਾਂ ਇਸ ਇਸ਼ੂ ਤੇ, ਜਿਹੜਾ ਕਿ ਬਹੁਤ ਹੀ ਸੰਵੇਦਨਸ਼ੀਲ ਔਰ ਸੈਂਸਿਟਿਵ ਇਸ਼ੂ ਹੈ, ਬਹੁਤ ਇੰਪੋਰਟੈਂਟ ਇਸ਼ੂ ਹੈ। ਮੈਂ ਅਖੀਰ ਚ ਮਾਝੀ ਸਾਹਿਬ ਤੋਂ ਇੱਕ ਸਵਾਲ ਪੁੱਛਣਾ ਚਾਹੂੰਗਾ। ਮਾਝੀ ਸਾਹਿਬ, ਬਹੁਤ ਸਾਰੇ ਧੜੇ ਹੈ, ਕਿੰਨੇ ਗਰੁੱਪ ਨੇ, ਕਿੰਨੇ ਹੀ ਪ੍ਰਚਾਰਕ ਨੇ, ਕਿੰਨੇ ਹੀ ਸੰਸਥਾਵਾਂ ਨੇ ਜਿਹੜੇ ਕਿ ਮੌਜੂਦਾ ਸਿਸਟਮ ਦੇ ਨਾਲ ਇਤਫਾਕ ਨਹੀਂ ਰੱਖ ਰਹੀਆਂ ਐਸਜੀਪੀਸੀ ਦੇ, ਤੇ ਉਹ ਸਾਰੇ ਇਕੱਠੇ ਹੋ ਕੇ ਉਹ ਨਹੀਂ ਪ੍ਰੈਸ਼ਰਾਈਜ਼ ਕਰ ਸਕਦੇ, ਉਹ ਨਹੀਂ ਇਸ ਚੁੰਗਲ ਦੇ ਵਿੱਚੋਂ ਇਹਨਾਂ ਨੂੰ ਕਢਾ ਸਕਦੇ ਸਿਸਟਮ ਨੂੰ। ਬਿਲਕੁਲ ਜੀ, ਦੇਖੋ ਮੇਰੀ ਬੇਨਤੀ ਸੁਣਿਓ। ਪਹਿਲੀ ਗੱਲ ਤਾਂ ਜਿਹੜੇ ਬਾਦਲ ਦੇ ਐਂਟੀ ਗਰੁੱਪ ਨੇ ਉਹਨਾਂ ਨੂੰ ਵੀ ਆਪਣੇ ਸਾਰਿਆਂ ਦੇ ਅੰਦਰ ਜਿਹੜੀ ਝਾਤ ਮਾਰਨ ਦੀ ਲੋੜ ਹੈ ਕਿ ਕਿਤੇ ਨਾ ਕਿਤੇ ਅੰਦਰਲੀ ਜਿਹੜੀ ਹੋਮੇ ਹੈ ਉਸ ਕਰਕੇ ਉਹ ਇਕੱਠੇ ਨਹੀਂ ਹੁੰਦੇ, ਜਿਸ ਕਰਕੇ ਇਹਨਾਂ ਨੂੰ ਬਾਦਲਾਂ ਨੂੰ ਜਿਹੜਾ ਮੌਕਾ ਹੈ ਉਹ ਮਨਮਾਨੀਆਂ ਕਰਨ ਦਾ ਮਿਲਦਾ ਹੈ। ਤੇ ਦੂਜੀ ਮੇਰੀ ਬੇਨਤੀ ਇਹ ਹੈ ਕਿ ਜਿਹੜੇ ਆਪ ਦੇ ਸਾਡੇ ਸਨਮਾਨਯੋਗ ਨੁਮਾਇੰਦੇ ਬੋਲ ਰਹੇ ਨੇ ਸੰਘੇੜਾ ਸਾਹਿਬ, ਕਿ ਦੇਖੋ ਜਿਹੜਾ ਸਰਕਾਰ ਨੂੰ ਕੰਮ ਕਰਨਾ ਚਾਹੀਦਾ ਹੈ, ਐਸਜੀਪੀਸੀ ਦੀ ਚੋਣ ਜਿਹੜੀ ਹੈ ਸੈਂਟਰ ਸਰਕਾਰ ਨੇ ਕਰਵਾਉਣੀ ਹੈ, ਉਹਦੇ ਲਈ ਇੱਕ ਤਾਂ ਵਿਧਾਨ ਸਭਾ ਦੇ ਵਿੱਚ ਤੁਰੰਤ ਮਤਾ ਪਾ ਕੇ ਭੇਜਿਆ ਜਾਵੇ ਕਿ ਕਿਉਂ ਨਹੀਂ ਹੋ ਰਹੀ, ਇੰਨਾ ਲੰਮਾ ਸਮਾਂ ਕਿਉਂ ਹੋਣਾ ਚਾਹੀਦਾ। ਤਾਂ ਤੇ ਦੂਜਾ ਜਿਹੜਾ ਹੈਗਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਭਾਵੇਂ ਅੱਜ ਦਾ ਸਾਡਾ ਵਿਸ਼ਾ ਨਹੀਂ, ਬੇਅਦਬੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਵੀ ਵਿਧਾਨ ਸਭਾ ਬੇਅਦਬੀ ਦੇ ਉੱਤੇ ਸਖਤ ਕਾਨੂੰਨ ਬਣੇ। ਧਾਰਾ ਜਿਹੜੀ 295 ਹੈ ਉਹਦੇ ਉੱਤੇ ਸਖਤ ਹੋਵੇ ਕਾਨੂੰਨ, ਬੰਦੀ ਸਿੰਘਾਂ ਦੀ ਰਿਹਾਈ ਹੋਵੇ, ਇਹਦੇ ਤੇ ਵੀ ਵਿਧਾਨ ਸਭਾ ਦੇ ਵਿੱਚ ਮਤਾ ਪੈਣਾ ਚਾਹੀਦਾ ਹੈ। ਜੇ ਐਸਜੀਪੀਸੀ ਦੀ ਜਿਹੜੀ ਚੋਣ ਹੈ ਉਹ ਹੋ ਜਾਂਦੀ ਹੈ,
ਉਹ ਤੋਂ ਬਾਅਦ ਅਸੀਂ ਸੋਚ ਸਕਦੇ ਹਾਂ ਕਿ ਮਸਲੇ ਹੱਲ ਹੋ ਸਕਦੇ ਆ। ਨਹੀਂ ਤਾਂ ਫਿਰ ਆਪਾਂ ਮਤਲਬ ਇਹ ਹੈ ਵੀ ਆਪਾਂ ਬਾਦਲ ਨੂੰ ਕਹਿ ਕੇ ਵੀ ਬਾਦਲ ਮਾੜੇ, ਇਹ ਤਾਂ ਹੈਗੇ ਹੀ ਆ ਮਾੜੇ, ਪਰ ਇਸ ਤਰ੍ਹਾਂ ਦਾ ਸਰਕਾਰ ਦਾ ਜਿਹੜਾ ਸੀਗਾ ਸਿੱਧਾ ਦਖਲ ਵੀ ਸਿੱਖ ਬਰਦਾਸ਼ਤ ਨਹੀਂ ਕਰਦੇ। ਇਹ ਗੱਲ ਠੀਕ ਹੈ ਕਿ ਬਾਦਲਾਂ ਦੀਆਂ ਨਲਾਇਕੀਆਂ ਕਰਕੇ ਤੁਹਾਨੂੰ ਸਪੋਰਟ ਜ਼ਰੂਰ ਮਿਲ ਰਹੀ ਹੈ, ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 1953 ਜਾਂ 1959 ਜਾਂ 1978 95 96 99 ਤੇ 2015 ਦੇ ਵਿੱਚ ਸਿੱਖ ਗੁਰਦੁਆਰਾ ਐਕਟ ਦੇ ਵਿੱਚ ਜਦੋਂ ਵੀ ਸੋਧ ਹੋਈ ਹੈ ਉਹ ਐਜੀਪੀਸੀ ਦੇ ਕਹਿਣ ਤੇ ਹੋਈ ਹੈ। ਇਸ ਲਈ ਚੰਗੀ ਗੱਲ ਇਹ ਹੈ ਕਿ ਅਸਲ ਐਜੀਪੀਸੀ ਚੁਣੀ ਜਾਵੇ ਜਿਹੜੀ ਕਿ ਹੁਣ ਵੋਟਾਂ ਰਾਹੀਂ ਬਣੇ, ਤਾਂ ਫਿਰ ਤੁਸੀਂ ਉਸ ਹਿਸਾਬ ਨਾਲ ਸਾਰਾ ਸਿਸਟਮ ਹੀ ਠੀਕ ਹੋਊਗਾ। ਅੱਜ ਮੈਂ ਸਮਝਦਾ ਜਿਹੜੀ ਸਰਕਾਰ ਦੀ ਦਖਲਅੰਦਾਜ਼ੀ ਵੀ ਵਿੱਚ ਵੱਧ ਰਹੀ ਹੈ ਉਹਦੇ ਲਈ ਵੀ ਬਾਦਲ ਪਰਿਵਾਰ ਹੀ ਜ਼ਿੰਮੇਵਾਰ ਹੈ, ਕਿਉਂਕਿ ਉਹਨਾਂ ਨੇ ਬਿਨਾਂ ਮੰਗਿਆ ਮਾਫੀਆਂ ਦਵਾਈਆਂ, ਜਥੇਦਾਰਾਂ ਨੂੰ ਆਪ ਆਪਣੀਆਂ ਕੋਠੀਆਂ 'ਚ ਤਲਬ ਕੀਤਾ, ਤਾਂ ਇਸ ਕਰਕੇ ਜਿਹੜਾ ਹੈਗਾ ਇਹ ਰਾਹ ਖੁੱਲ ਰਿਹਾ। ਪਰ ਇਹ ਰਾਹ ਬਹੁਤ ਖਤਰਨਾਕ ਹੈ। ਇਹ ਗੱਲ ਸੁਣਨੀ ਬੜੀ ਬੁਰੀ ਲੱਗੂਗੀ ਕਿ ਭਵਿੱਖ ਦੇ ਵਿੱਚ ਫਿਰ ਸਰਕਾਰ ਇਹ ਵੀ ਜਿਹੜਾ ਮਤੇ ਬਣਾ ਸਕਦੀ ਹੈ, ਕਾਨੂੰਨ ਬਣਾ ਸਕਦੀ ਹੈ, ਜਿਵੇਂ ਮੁਸਲਮਾਨਾਂ ਦਾ ਵਕਫ ਬੋਰਡ ਹੈ, ਕਈ ਹਿੰਦੂ ਟਰਸਟ ਨੇ, ਕਿ ਉਹ ਆਪਣੀ ਮਰਜ਼ੀ ਦੇ ਨਾਲ ਜਿਹੜੇ ਬੰਦੇ ਚੁਣ ਲਏ ਜਾਇਆ ਕਰਨਗੇ, ਨਿਯੁਕਤ ਕਰ ਲਏ ਜਾਇਆ ਕਰਨਗੇ। ਤਾਂ ਇੱਥੇ ਸਾਰੇ ਹੀ ਸਾਨੂੰ ਸਵੈ ਪਰਚੋਲ ਕਰਨ ਦੀ ਲੋੜ ਹੈ, ਕਿਉਂਕਿ ਮੈਂ ਕਿਸੇ ਪਾਰਟੀ ਦਾ ਬੰਦਾ ਨਹੀਂ ਹਾਂ। ਤੁਹਾਡੇ ਤਰਕ ਤੇ ਗੱਲਾਂ ਦੋਵੇਂ ਵਾਜਬ ਨੇ, ਪਰ ਇਹ ਗੱਲ ਵੀ ਵੱਡੀ ਹੈ ਕਿ ਇਹ ਚੀਜ਼ ਹੋ ਕਿਉਂ ਰਹੀ ਹੈ। ਜਿਹੜੀ ਪੋਲਿਟਿਕਸ ਦੀ ਕਿਸੇ ਪੋਲੀਟੀਕਲ ਪਾਰਟੀ ਜਾਂ ਗਵਰਨਮੈਂਟ ਦੀ ਦਖਲਅੰਦਾਜ਼ੀ ਵੱਧ ਰਹੀ ਹੈ ਤੇ ਉਹ ਕਿਸੇ ਇੰਤਹਾ ਤੋਂ ਬਾਅਦ ਵੱਧ ਰਹੀ ਹੈ ਜਦੋਂ ਕਿਸੇ ਪਾਰਟੀ ਦਾ ਪ੍ਰਧਾਨ ਇਹ ਕਹਿ ਦੇਵੇ ਕਿ ਬਾਹਰ ਜਥੇਦਾਰ ਆਇਆ, ਜਥੇਦਾਰ ਨੂੰ ਬਿਠਾਓ, ਉਹ ਕਹਿੰਦਾ ਕਿ ਨਹੀਂ ਜਥੇਦਾਰ ਸਾਹਿਬ ਆਏ ਆ ਅਕਾਲ ਤਖਤ ਸਾਹਿਬ ਤੋਂ, ਉਹਨਾਂ ਨੇ ਮਿਲਣਾ ਹੈ, ਜਾਂ ਕਿ ਦੂਸਰੇ ਕਿਸੇ ਤਖਤ ਤੋਂ ਆਏ ਮਿਲਣਾ, ਉਹ ਕਹਿੰਦੇ ਕੋਈ ਨਹੀਂ ਹੈ ਤਾਂ ਸਾਡਾ ਨੌਕਰੀ ਆ, ਬੈਠਾ ਰਹਿਣ ਦਿਓ। ਜਦੋਂ ਪਾਰਟੀ ਦੇ ਪ੍ਰਧਾਨ ਜਥੇਦਾਰਾਂ ਨੂੰ ਨੌਕਰ ਕਹਿਣ ਲੱਗ ਪਏ ਤਾਂ ਨੌਬਤ ਤਾਂ ਉੱਥੋਂ ਖੜੀ ਹੋ ਗਈ ਨਾ। ਇਹੀ ਨਲਾਇਕੀ ਹੈ, ਇਹ ਬਾਦਲਾਂ ਦੀ ਬਹੁਤ ਵੱਡੀ ਨਲਾਇਕੀ ਹੈ। ਮੈਂ ਕਹਿੰਦਾ ਉਹਨਾਂ ਨੇ ਏਡਾ ਪੰਥ ਦਾ ਘਾਣ ਕੀਤਾ ਮੇਰੇ ਵੀਰ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 2018 ਚ ਅਸੀਂ ਬਾਦਲ ਦੇ ਜਿਉਂਦੇ ਜੀ ਉਹਦੀ ਸਰਪੰਚੀ ਤੋਂ ਲੈ ਕੇ ਬਰਗਾੜੀ ਤੱਕ ਦੀਆਂ ਸਾਰੀਆਂ ਕਰਤੂਤਾਂ ਲਾਹਨਤ ਪੱਤਰ ਦੇ ਵਿੱਚ ਲਿਖੀਆਂ ਸੀਗੀਆਂ। ਤਾਂ ਇਸ ਕਰਕੇ ਮਤਲਬ ਮੈਂ ਤਾਂ ਇਹ ਵੀ ਬੇਨਤੀ ਕਰੂੰਗਾ ਕਿ ਜਿਵੇਂ ਬਾਕੀ ਦੀਆਂ ਪਾਰਟੀਆਂ ਐਜੀਪੀਸੀ ਚੋਣਾਂ ਨਹੀਂ ਲੜਦੀਆਂ, ਜਿਵੇਂ ਕਾਂਗਰਸ ਚੋਣਾਂ ਨਹੀਂ ਲੜਦੀ ਐਜੀਪੀਸੀ ਦੀਆਂ, ਬੀਜੇਪੀ ਨਹੀਂ ਲੜਦੀ, ਹੋਰ ਆਮ ਆਦਮੀ ਪਾਰਟੀ ਵੀ ਸਿੱਧੇ ਰੂਪ ਚੋਣ ਨਹੀਂ ਲੜ ਸਕਦੀ ਐਜੀਪੀਸੀ ਦੀ, ਇਸੇ ਤਰ੍ਹਾਂ ਜਿਹੜਾ ਬਾਦਲਾਂ ਨੇ ਵੱਡੇ ਵੱਡੇ ਗੁਨਾਹ ਕਰਤੇ, ਬਾਦਲ ਦਲ ਨੂੰ ਵੀ ਐਜੀਪੀਸੀ ਦੀ ਚੋਣ ਲੜਨ ਦਾ ਹੁਣ ਕੋਈ ਹੱਕ ਨਹੀਂ ਹੋਣਾ ਚਾਹੀਦਾ। ਮੈਨੂੰ ਦੱਸੋ ਕਿ ਬਾਦਲ ਦਲ ਤੇ ਕਾਂਗਰਸ 'ਚ ਕੀ ਫਰਕ ਹੈ? ਇਹ ਤਾਂ ਉਸ ਤੋਂ ਵੀ ਵੱਡਾ ਨੁਕਸਾਨ ਇਹਨਾਂ ਨੇ ਕਰਤਾ। ਇਹਨਾਂ ਨੂੰ ਤਾਂ ਐਜੀਪੀਸੀ ਦੀ ਚੋਣ ਦਾ ਵੀ ਹੱਕ ਨਾ ਹੋਵੇ, ਮੈਂ ਤਾਂ ਇਹ ਚਾਹਾਂਗਾ। ਪਰ ਮੈਂ ਕਹਿੰਦਾ ਵੀ ਚੋਣ ਵਾਲੇ ਪਾਸੇ ਜਿਹੜਾ ਸਾਨੂੰ ਧਿਆਨ ਦੇਣਾ ਚਾਹੀਦਾ। ਠੀਕ ਹੈ, ਅੱਜ ਇਸ ਚਰਚਾ ਦੇ ਵਿੱਚ ਤੁਸੀਂ ਸਮਾਂ ਕੱਢਿਆ, ਜੁੜੇ, ਆਪਣੀਆਂ ਤਕਰੀਰਾਂ ਕੀਤੀਆਂ, ਆਪਣੀ ਗੱਲ ਰੱਖੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੰਘੇੜਾ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸੋ ਸਪੋਕਸਮੈਨ ਡਿਬੇਟ 'ਚ ਅੱਜ ਦੇ ਲਈ ਇੰਨਾ ਹੀ, ਭਲਕੇ ਕਿਸੇ ਹੋਰ ਵਿਸ਼ੇ ਨਾਲ ਰੂਬਰੂ ਹੋਵਾਂਗੇ। ਉਦੋਂ ਤੱਕ ਨਵਜੋਤ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।